ਚੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੇ ਉਪਾਵੋ, ਡੁੱਬਦੇ ਪੱਥਰ ਤਾਰੇ, ਦਇਆ ਕਰੋ ਕਿਛ ਮੇਰੇ ਉਪਾਵੋ, ਡੁੱਬਦੇ ਪੱਥਰ ਤਾਰੇ। ਧੰਨ ਵਾਹਿਗੁਰੂ ਸਾਹਿਬ ਜੀਓ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰ ਬਿਨ ਸੁਰਤ ਨਾ ਸਿਧ, ਗੁਰੂ ਬਿਨ ਮੁਕਤ ਨ ਪਾਵੈ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰ ਬਿਨ ਸੁਰਤ ਨਾ ਸਿਧ, ਗੁਰੂ ਬਿਨ ਮੁਕਤ ਨ ਪਾਵੈ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕਟੈ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨਾ ਕੀਓ, ਤੇ ਅਗਿਆਥ ਸੰਸਾਰ ਮੈਂ, ਜਿਨ ਗੁਰੂ ਨਾ ਦੇਖਿਓ ਨਾ ਕੀਓ, ਤੇ ਅਗਿਆਥ ਸੰਸਾਰ ਮੈਂ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਇਮਾਨ ਸ਼ਬਦ ਗੁਰੂ ਬਾਣੀ ਕੀ ਬੋਹਿਤ, ਅੰਮ੍ਰਿਤ ਕੇ ਦਾਤੇ ਵਾਲੀਏ ਕੁਲ ਆਲਮ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨਾਂ ਤੇ ਸਜੇ ਹੋਏ ਇਹਨਾਂ ਵਿਸ਼ੇਸ਼ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਦੀ ਬਹੁਤ ਬਖਸ਼ਿਸ਼ ਹੋਈ ਹੈ ਜੋ ਆਪ ਸਭ ਗੁਰੂ ਕੀ ਗੋਦ ਵਿੱਚ ਜੁੜ ਬੈਠ ਕੇ ਰੱਬੀ ਬਾਣੀ ਦਾ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਸਿੰਘਾਂ ਦੇ ਪਾਸੋਂ ਸ਼ਰਵਣ ਕਰ ਰਹੇ ਸੀ। ਆਓ ਹੁਣ ਕੁਝ ਕੁ ਸਮੇਂ ਲਈ ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹਾਂ, ਕਿਉਂਕਿ ਗੁਰਦੇਵ ਦਾ ਇਹ ਸਾਨੂੰ ਖਾਸ ਉਪਦੇਸ਼ ਤੇ ਹਦਾਇਤ ਹੈ ਕਿ ਜਦੋਂ ਰੱਬ ਦੀ ਉਸਤਤ ਕਰਨੀ ਹੋਵੇ
ਉਦੋਂ ਮਨ ਨੂੰ ਸਾਵਧਾਨ ਰੱਖਣਾ ਚਾਹੀਦਾ ਹੈ। ਬਹੁਤੀ ਵਾਰ ਅਸੀਂ ਜਦੋਂ ਗੁਰੂ ਘਰ ਵਿੱਚ ਨਮਸਕਾਰ ਕਰਦੇ ਹਾਂ ਤੇ ਅਸੀਂ ਸਰੀਰ ਨੂੰ ਵੀ ਸਾਵਧਾਨ ਕਰਦੇ ਹਾਂ। ਇੱਕ ਤੇ ਸਰੀਰ ਦਾ ਸਾਵਧਾਨ ਹੁੰਦਾ ਹੈ, ਜਿਵੇਂ ਧਿਆਨ ਨਾਲ ਬੈਠਣਾ ਤੇ ਗੁਰੂ ਦੇ ਸ਼ਬਦ ਨੂੰ ਧਿਆਨ ਨਾਲ ਸੁਣਨਾ। ਕਿਉਂਕਿ ਮੈਂ ਇਹ ਅਰਜ਼ ਤਾਂ ਕਰ ਰਿਹਾ ਵੀ ਜਦੋਂ ਅਸੀਂ ਨਮਸਕਾਰ ਕਰਦੇ ਹਾਂ, ਸਾਡਾ ਨਮਸਕਾਰ ਕਰਨ ਦਾ ਬੜਾ ਇੱਕ ਸਿੱਧਾ ਜਿਹਾ ਢੰਗ ਗੁਰੂ ਨੇ ਸਾਨੂੰ ਬਖਸ਼ਿਆ ਹੈ ਕਿ ਅਸੀਂ ਦੋਵੇਂ ਹੱਥ ਜੋੜ ਕੇ ਵੀਰ ਆਸਨ ਹੋ ਕੇ ਗੁਰੂ ਦੇ ਅੱਗੇ ਆਪਣਾ ਸੀਸ ਝੁਕਾਉਂਦੇ ਹਾਂ। ਪਰ ਬਹੁਤੀ ਵਾਰ ਅਨਮਤਾਂ ਦੀ ਰੀਸ ਕਰਦੇ ਹਾਂ। ਮੈਂ ਵੇਖਿਆ ਗੁਰੂ ਘਰਾਂ ਵਿੱਚ ਅਸੀਂ ਆਣ ਕੇ ਲੰਮੇ ਪੈ ਜਾਂਦੇ ਹਾਂ। ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆਣ ਕੇ ਲੰਮੇ ਪੈ ਜਾਂਦੇ ਹਾਂ, ਜਿਹਦਾ ਅਰਥ ਲੋਕ ਕਰਦੇ ਨੇ ਵੀ ਇਹਨੂੰ ਡੰਡੌਤ ਕਹਿੰਦੇ ਨੇ। ਭਾਵ ਮੈਂ ਸਿੱਧਾ ਹੋ ਗਿਆ, ਜਿਵੇਂ ਡੰਡਾ ਸਿੱਧਾ ਹੁੰਦਾ ਹੈ ਨਾ, ਇੱਦਾਂ ਮੈਂ ਸਿੱਧਾ ਹੋ ਗਿਆ। ਇਹ ਖਿਆਲ ਕਰਿਓ, ਹਾਲਾਂਕਿ ਇਸ ਮਰਿਆਦਾ ਦਾ ਸਿੱਖੀ ਦੇ ਨਾਲ, ਗੁਰੂ ਘਰ ਦੇ ਨਾਲ ਕੋਈ ਸੰਬੰਧ ਨਹੀਂ ਹੈ। ਤੇ ਬੰਦੇ ਦਾ ਕਦੀ ਵੀ ਸਰੀਰ ਜਿਹੜਾ ਹੈ ਉਹ ਡੰਡੇ ਵਾਂਗੂ ਸਿੱਧਾ ਨਹੀਂ ਹੋ ਸਕਦਾ, ਕਿਉਂਕਿ ਕੁਦਰਤ ਵੱਲੋਂ ਹੀ ਐਸਾ ਨਹੀਂ ਹੈ। ਇਹਦੀ ਜਿਹੜੀ ਘਾੜਤ ਹੈ, ਇਹਦਾ ਜਿਹੜਾ ਢੰਗ ਤਰੀਕਾ ਹੈ ਨਾ, ਇਹ ਕੁਦਰਤ ਵੱਲੋਂ ਹੀ ਐਸਾ ਨਹੀਂ ਬਣਿਆ ਕਿ ਬੰਦਾ ਡੰਡੇ ਵਾਂਗੂ ਸਿੱਧਾ ਹੋ ਜਾਵੇਗਾ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਮਹਾਰਾਜ ਕਹਿੰਦੇ ਨੇ ਡੰਡੌਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ। ਹੁਣ ਉੱਥੇ ਡੰਡੌਤ ਦੀ ਗੱਲ ਕੀਤੀ, ਫਿਰ ਡੰਡੌਤ ਕਿਵੇਂ ਕਰਨੀ ਹੈ? ਸਰੀਰ ਤੇ ਸਿੱਧਾ ਨਹੀਂ ਹੋ ਸਕਦਾ, ਪਰ ਬੰਦਾ ਚਾਹਵੇ ਤੇ ਮਨ ਡੰਡੇ ਵਾਂਗੂ ਸਿੱਧਾ ਹੋ ਸਕਦਾ। ਮਨ ਵਿੱਚੋਂ ਵਲ ਵਲਿੰਗ ਕੱਢੇ ਜਾ ਸਕਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਦੋਂ ਉਹਨੂੰ ਬੰਦਨਾ ਕਰਨੀ ਹੋਵੇ, ਜਦੋਂ ਨਮਸਕਾਰ ਕਰਨੀ ਹੋਵੇ, ਤੇ ਹੇ ਬੰਦਿਆ ਆਪਣੇ ਮਨ ਨੂੰ ਸਿੱਧਾ ਕਰ ਲਾ। ਸਤਿਗੁਰੂ ਮਹਾਰਾਜ ਨੇ ਜੋਗੀ ਨੂੰ ਉਪਦੇਸ਼ ਦਿੱਤਾ, ਉਹਨੂੰ ਕਹਿੰਦੇ ਤੂੰ ਹੱਥ ਵਿੱਚ ਡੰਡਾ ਰੱਖਦਾ ਹੈ, ਆਪਣੇ ਮਨ ਨੂੰ ਹੀ ਡੰਡਾ ਬਣਾ ਲਾ। ਜਿਹੜੇ ਮਨ ਵਿੱਚ ਵਲ ਵਲਿੰਗ ਨੇ ਇਹਨਾਂ ਨੂੰ ਕੱਢ ਦੇ। ਇਸ ਕਰਕੇ ਜਦੋਂ ਨਿਰੰਕਾਰ ਦੀ ਸਿਫਤ ਕਰਨੀ ਹੋਵੇ ਤੇ ਸਾਵਧਾਨ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਅਸੀਂ ਕਈ ਵਾਰ, ਮੈਂ ਅਰਜ਼ ਕਰਾਂ, ਅਸੀਂ ਗੁਨਾਹਾਂ ਦੇ ਭਾਗੀਦਾਰ ਇੱਦਾਂ ਵੀ ਬਣਦੇ ਹਾਂ ਵੀ ਬੰਦਾ ਆਪ ਵੀ ਗੁਰੂ ਸ਼ਬਦ ਨੂੰ ਨਹੀਂ ਸੁਣਦਾ, ਤੇ ਜਦੋਂ ਆਪਣੀ ਜ਼ੁਬਾਨ ਉੱਤੇ ਆਪਣੀਆਂ ਹਰਕਤਾਂ ਤੇ ਕੰਟਰੋਲ ਨਹੀਂ ਕਰਦਾ ਤੇ ਜਿਹੜਾ ਸੁਣਨ ਆਇਆ ਹੈ ਉਹਨੂੰ ਵੀ ਤੋੜ ਦਿੰਦਾ ਹੈ। ਆਓ ਮਨੋਬਿਰਤੀਆਂ ਨੂੰ ਇਕਾਗਰ ਕਰੋ। ਇੱਕ ਸਵਈਆ ਜਿਹੜਾ ਭੱਟ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੈ, ਆਪਾਂ ਉਹਨੂੰ ਵਿਚਾਰਨਾ ਹੈ, ਗੁਰੂ ਦੀ ਉਸਤਤ ਕਰਨੀ ਹੈ, ਗੁਰੂ ਦੀ ਤਾਰੀਫ ਕਰਨੀ ਹੈ। ਵਿਚਾਰਾਂ ਨੂੰ ਪ੍ਰਾਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਤੁਸੀਂ ਗੁਰਦੇਵ ਦੀ ਗੋਦ ਵਿੱਚ ਬੈਠੇ ਹੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ 35 ਮਹਾਂਪੁਰਖਾਂ ਦੀ ਬਾਣੀ ਦਰਜ ਹੈ, ਜਿਹਦੇ ਵਿੱਚ 6 ਗੁਰੂ ਸਾਹਿਬ ਨੇ, 15 ਭਗਤ ਨੇ, 11 ਭੱਟ ਨੇ, 3 ਗੁਰਸਿੱਖ ਨੇ। ਹੁਣ 11 ਭੱਟਾਂ ਵਿੱਚੋਂ ਇੱਕ ਭੱਟ ਜੀ ਦਾ ਸਵਈਆ ਮੈਂ ਗੁਰੂ ਦੀ ਤਾਰੀਫ, ਗੁਰੂ ਦੀ ਉਸਤਤ ਵਿੱਚ ਜਿਹੜਾ ਉਹਨਾਂ ਰਚਿਆ, ਉਹ ਤੁਹਾਡੇ ਨਾਲ ਸਾਂਝਾ ਕੀਤਾ ਹੈ। ਜਿਹੜੇ ਭੱਟ ਸਨ, ਮੈਂ ਥੋੜਾ ਜਿਹਾ ਸੰਖੇਪ ਜਿਹਾ ਇਤਿਹਾਸ ਸਾਂਝਾ ਕਰ ਦਿਆਂਗਾ। ਇਹ ਜਾਤ ਦੇ ਬ੍ਰਾਹਮਣ ਸਨ। ਗੁਰੂ ਘਰ ਵਿੱਚ ਕੋਈ ਜਾਤ ਮਹਾਨ ਨਹੀਂ ਹੈ। ਇਹ ਦੁਖਾਂਤ ਹੈ ਸਾਡਾ ਕਿ ਅਸੀਂ ਅੱਜ ਫਿਰ ਜਾਤ ਬਰਾਦਰੀਆਂ ਦੇ ਵਿੱਚ ਵੰਡੇ ਹੋਏ ਹਾਂ। ਤੇ ਬੰਦਾ ਕਈ ਵਾਰ ਆਪਣੇ ਆਪ ਨੂੰ ਸਿੱਖ ਖਵਾ ਕੇ ਫਕਰ ਨਹੀਂ ਕਰਦਾ, ਬਲਕਿ ਬੇਦੀ, ਸੋਢੀ, ਭੱਲੇ, ਕਿਸੇ ਵਿਸ਼ੇਸ਼ ਗੋਤ ਦੇ ਨਾਲ ਜੋੜ ਕੇ ਆਪਣੇ ਆਪ ਨੂੰ ਫਕਰ ਮਹਿਸੂਸ ਕਰਦਾ ਹੈ। ਪਰ ਗੁਰਦੇਵ ਨੇ ਬਾਣੀ ਵਿੱਚ ਇਹ ਨਤਾਰਾ ਕੀਤਾ ਹੈ, ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆਂ ਇੱਕਾ ਛਾਉ। ਵਿਅਰਥ ਹੈ ਜਾਤ ਦਾ ਅਹੰਕਾਰ, ਇਹਨੂੰ ਤਿਆਗਣਾ ਚਾਹੀਦਾ ਹੈ। ਸਾਨੂੰ ਸਿੱਖ ਹੋਣ ਤੇ ਮਾਣ ਹੋਣਾ ਚਾਹੀਦਾ, ਅਸੀਂ ਸਾਰੇ ਗੁਰੂ ਦੇ ਸਿੱਖ ਹਾਂ, ਕਿਉਂਕਿ ਸਿੱਖ ਹੋਣਾ ਪੰਥਕ ਏਕਤਾ ਦਾ ਪ੍ਰਤੀਕ ਹੈ। ਪਰ ਜੇ ਅਸੀਂ ਜਾਤ ਬਰਾਦਰੀਆਂ ਤੇ ਗੋਤਾਂ ਨੂੰ ਪ੍ਰਮੁੱਖ ਰੱਖ ਲਿਆ, ਫਿਰ ਅਸੀਂ ਕਿਤੇ ਨਾ ਕਿਤੇ ਗੁਰੂ ਦੀ ਉਹ ਵਿਚਾਰ ਜਿਹੜੀ ਉਹਨਾਂ ਲੰਮਾ ਸਮਾਂ ਲਾ ਕੇ ਸਾਨੂੰ ਬਖਸ਼ੀ, ਤੇ ਜਿਹੜੀ ਜ਼ਮੀਨੀ ਹਕੀਕਤ ਵਿੱਚੋਂ ਕੱਢ ਕੇ, ਕਿਉਂਕਿ ਜ਼ਮੀਨ ਦੀ ਹਕੀਕਤ ਇਹ ਸੀ ਕਿ ਸੰਸਾਰ ਵੰਡਿਆ ਹੋਇਆ ਸੀ,
ਗੁਰੂ ਨੇ ਸਾਰਿਆਂ ਨੂੰ ਇੱਕ ਕਰਕੇ ਹੋਕਾ ਦਿੱਤਾ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ, ਸਭ ਬੰਦੇ ਨਿਰੰਕਾਰੀ ਹਕੀਕਤ ਦੇ ਨਾਲ ਜੁੜਿਆ ਹੈ। ਜ਼ਮੀਨੀ ਹਕੀਕਤ ਬੰਦਾ ਆਪ ਤਿਆਰ ਕਰਦਾ ਹੈ, ਪਰ ਨਿਰੰਕਾਰ ਦੀ ਹਕੀਕਤ ਉਹ ਆਪਣੇ ਆਪ ਵਿੱਚ ਹੈ। ਸੰਸਾਰ ਦੀ ਜਿਹੜੀ ਚੀਜ਼ ਬੰਦਾ ਸੱਚ ਮੰਨਦਾ ਹੈ ਉਹ ਝੂਠ ਵੀ ਹੋ ਸਕਦੀ ਹੈ, ਪਰ ਨਿਰੰਕਾਰ ਦੀ ਜਿਹੜੀ ਚੀਜ਼ ਹੈ ਉਹ ਸਦੀਵ ਸੱਚ ਹੈ। ਇਸ ਕਰਕੇ ਉਹਨੂੰ ਝੁਠਲਾਇਆ ਨਹੀਂ ਜਾ ਸਕਦਾ। ਅਸੀਂ ਬੰਦੇ ਹਾਂ, ਇਨਸਾਨ ਹਾਂ, ਇਹ ਹਕੀਕਤ ਹੈ, ਇਹ ਨਿਰੰਕਾਰ ਦੀ ਹਕੀਕਤ ਹੈ। ਸਾਡੇ ਸਾਰਿਆਂ ਦੀਆਂ ਰਗਾਂ ਵਿੱਚ ਖੂਨ ਵਗਦਾ ਹੈ। ਕੋਈ ਵੀ ਐਸਾ ਬੰਦਾ ਨਹੀਂ ਹੈ ਜਿਹਦੀ ਰਗ ਵਿੱਚ ਦੁੱਧ ਵਗਦਾ ਹੋਵੇ, ਕੋਈ ਉੱਤਮ ਹੋਵੇ। ਇੱਕੋ ਆਬੋ ਹਵਾ ਵਿੱਚ ਅਸੀਂ ਸਾਹ ਲੈਂਦੇ ਹਾਂ। ਉਹ ਪਾਣੀ ਸਾਡੀ ਪਿਆਸ ਬੁਝਾਉਂਦਾ ਹੈ, ਉਹੀ ਪਾਣੀ ਕਿਸੇ ਗਰੀਬ ਦੀ ਪਿਆਸ ਵੀ ਬੁਝਾਉਂਦਾ ਹੈ। ਅੱਗ ਕਿਸੇ ਨਾਲ ਵਿਤਕਰਾ ਨਹੀਂ ਕਰਦੀ, ਭਾਵੇਂ ਕੋਈ ਅਮੀਰ ਹੋਵੇ ਭਾਵੇਂ ਗਰੀਬ ਹੋਵੇ। ਇਹ ਨਿਰੰਕਾਰ ਦੀ ਹਕੀਕਤ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦਾ ਮੁੱਖ ਸਿਧਾਂਤ ਹੈ। ਪਰ ਸਾਡੀਆਂ ਜਿਹੜੀਆਂ ਹਕੀਕਤਾਂ ਹੁੰਦੀਆਂ ਨੇ, ਇਹ ਕਈ ਵਾਰ ਬਦਲਦੀਆਂ ਵੀ ਨੇ। ਮੰਨ ਲਓ ਕਿਵੇਂ, ਕੋਈ ਬੰਦਾ ਆਪਣੇ ਆਪ ਨੂੰ ਉੱਚੀ ਜਾਤ ਦਾ ਖਵਾਉਂਦਾ ਹੋਵੇ, ਇਹ ਉਹਦਾ ਆਪਣਾ ਭਰਮ ਹੈ ਨਾ ਇੱਕ। ਪਰ ਜਦੋਂ ਤੁਸੀਂ ਇਹਨਾਂ ਗੱਲਾਂ ਨੂੰ ਗੁਰਬਾਣੀ ਦੇ ਨਜ਼ਰੀਏ ਵਿੱਚ ਰੱਖ ਕੇ ਵੇਖੋਗੇ, ਫਿਰ ਇਹਨਾਂ ਗੱਲਾਂ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ। ਜਿਹਨੂੰ ਸਤਿਗੁਰੂ ਨੇ ਆਖਿਆ ਨਾ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਈ। ਜਦੋਂ ਸੁਨਿਆਰ ਕੋਲ ਬੰਦਾ ਜਾਂਦਾ ਹੈ, ਉਹਦੇ ਕੋਲ ਇੱਕ ਕਸਵੱਟੀ ਹੁੰਦੀ, ਸੁਨਿਆਰ ਦੇ ਕੋਲ ਇੱਕ ਕਸੌਟੀ ਹੈ। ਉਹਦੇ ਉੱਤੇ ਲਾ ਕੇ ਉਹ ਚੈੱਕ ਕਰਦਾ ਵੀ ਇਹ ਸੋਨਾ ਅਸਲੀ ਹੈ ਕਿ ਨਕਲੀ ਹੈ। ਵੈਸੇ ਸੁਨਿਆਰ ਕੋਈ ਵੀਰ ਭਰਾ ਬੈਠਾ ਹੋਵੇ ਤੇ ਗੁੱਸਾ ਨਾ ਮਨਾਇਓ, ਇਹ ਹਕੀਕਤ ਹੈ ਸਮਾਜ ਦੀ, ਇਹ ਸੰਸਾਰ ਦੀ ਇੱਕ ਕਿਰਤ ਹੈ, ਕਿੱਤਾ ਹੈ, ਕਰਨਾ ਕੋਈ ਗੁਨਾਹ ਨਹੀਂ ਹੈ। ਪਰ ਉਹਦਾ ਆਪਣਾ ਧੰਦਾ ਹੈ। ਜਦੋਂ ਉਹਦੀ ਦੁਕਾਨ ਤੇ ਕੋਈ ਜਾਂਦਾ ਹੈ ਨਾ, ਸੁਨਿਆਰ ਦੀ ਦੁਕਾਨ ਤੇ ਜਦੋਂ ਕੋਈ ਬੰਦਾ ਜਾਵੇਗਾ, ਉਹਦੇ ਕੋਲੋਂ ਜਾ ਕੇ ਪੁੱਛੇਗਾ ਮੈਂ ਸੋਨੇ ਦੀ ਛਾਪ ਬਣਾਉਣੀ ਜਾਂ ਕੜਾ ਬਣਾਉਣਾ, ਕੋਈ ਗਹਿਣਾ ਬਣਾਉਣਾ, ਕੀ ਰੇਟ ਚੱਲਦਾ ਹੈ ਸੋਨੇ ਦਾ। ਉਹ ਫਿਰ ਰੇਟ ਦੱਸੇਗਾ, 30,000 40,000 ਤੋਲਾ, ਜਿੰਨਾ ਵੀ ਰੇਟ ਹੋਇਆ। ਨਾਲ ਉਹ ਅਗਲੀ ਗੱਲ ਉਸ ਭੈਣ ਨੂੰ, ਉਸ ਵੀਰ ਨੂੰ ਕਹਿੰਦਾ ਹੈ ਉਹਦਾ ਡਿਜ਼ਾਈਨ ਕਿੱਦਾਂ ਦਾ ਹੋਵੇ, ਉਹ ਵੀ ਸਿਲੈਕਟ ਕਰ ਲਓ ਤੁਸੀਂ। ਫਿਰ ਸਾਡੀ ਭੈਣ ਵੀਰ ਜਾ ਕੇ ਕੜੇ ਦਾ ਡਿਜ਼ਾਈਨ ਸਿਲੈਕਟ ਕਰਦੇ ਨੇ ਵੀ ਆਹ ਡਿਜ਼ਾਈਨ ਦਾ ਸਾਨੂੰ ਕੜਾ ਬਣਾ ਦਿਓ। ਉਹ ਕਹਿੰਦਾ 30,000 ਰੁਪਏ ਨੂੰ ਤੋਲਾ ਸੋਨਾ ਹੈ ਤੇ ਡਿਜ਼ਾਈਨ ਦੇ ਪੈਸੇ ਵੱਖਰੇ ਲੱਗਣਗੇ। ਇਦਾਂ ਹੀ ਹੁੰਦਾ ਹੈ ਨਾ ਜੀ, ਡਿਜ਼ਾਈਨ ਦੇ ਪੈਸੇ, ਜਿਹੜਾ ਉਹਦਾ ਬਾਹਰੀ ਰੂਪ ਮੈਂ ਬਣਾਉਣਾ ਹੈ, ਜਿਹੜਾ ਉਹਨੂੰ ਤਰਾਸ਼ਣਾ ਹੈ, ਉਹਦੇ ਪੈਸੇ ਵੱਖਰੇ ਲੱਗਣਗੇ। ਹੁਣ ਬੰਦਾ ਗਹਿਣੇ ਦੇ ਪੈਸੇ ਅੱਡ ਦਿੰਦਾ ਹੈ ਤੇ ਉਹਦੀ ਸ਼ੁੱਧਤਾ ਦੇ ਪੈਸੇ ਵੱਖਰੇ ਦਿੰਦਾ ਹੈ। ਪਰ ਜਦੋਂ ਉਹ ਗਹਿਣਾ ਉਹ ਸੁਨਿਆਰ ਦੀ ਦੁਕਾਨ ਉੱਤੇ ਵੇਚਣ ਜਾਵੇਗਾ ਤੇ ਸੁਨਿਆਰ ਆਖੇਗਾ ਵੀ ਕੇਵਲ ਤੈਨੂੰ ਪੈਸੇ ਦੇਣੇ ਨੇ ਸ਼ੁੱਧਤਾ ਦੇ, ਜਿਹੜਾ ਇਹਦਾ ਡਿਜ਼ਾਈਨ ਹੈ ਉਹਦਾ ਮੈਂ 1 ਰੁਪਈਆ ਵੀ ਤੈਨੂੰ ਨਹੀਂ ਦੇਣਾ। ਵੇਖੋ ਕੈਸਾ ਨਿਆਂ ਹੈ। ਜਦੋਂ ਬੰਦੇ ਨੇ ਆਪ ਖਰੀਦਣਾ ਸੀ, ਉਹਨੇ ਡਿਜ਼ਾਈਨ ਦੇ ਪੈਸੇ ਵੀ ਲੈ। ਉਹਨੇ ਆਖਿਆ ਆਹ ਬਣਾਉਣਾ ਤੇ ਇਹਦਾ 500 ਰੁਪਈਆ ਜ਼ਿਆਦਾ ਲੱਗਣਾ, ਆਹ ਬਣਾਉਣਾ ਇਹਦਾ 1000 ਜ਼ਿਆਦਾ ਲੱਗਣਾ। ਭੈਣ ਜੀ ਮੇਰੇ ਨੂੰ ਆਹ ਬਣਾ ਲਓ, ਇਹਦਾ ਤੇ 200 ਰੁਪਈਆ ਹੀ ਲੱਗਣਾ, ਇਹ 200 'ਚ ਵੀ ਬਣਾ ਦਿਆਂਗਾ। ਹੁਣ ਉਹਦੇ ਕੋਲ ਮੁੱਲ ਕਿਹੜੀ ਚੀਜ਼ ਦਾ ਪੈਣਾ? ਉਹਨੇ ਆਪਣੀ ਕਸਵੱਟੀ ਚੁੱਕਣੀ, ਉਹਦੇ ਉੱਤੇ ਲਾ ਕੇ ਵੇਖਣਾ ਵੀ ਸੋਨਾ ਖਰਾ ਕਿੰਨਾ, ਜਿੰਨਾ ਖਰਾ ਹੋਇਆ ਉਹਨੇ ਤੁਹਾਨੂੰ ਉਹਦਾ ਮੁੱਲ ਦੇ ਦੇਣਾ। ਤੁਸੀਂ ਭਗਵਾਨ ਲੈ ਜਾਓ, ਕੋਈ ਮੂਰਤੀ ਲੈ ਜਾਓ, ਬੜੀ ਸੋਨੇ ਦੀ ਉਹਨੂੰ ਝਾਲ ਫੇਰੀ ਹੋਵੇ, ਉਹਨੂੰ ਜਾ ਕੇ ਆਖੋ ਜੀ ਆ ਭਗਵਾਨ ਵੇਚਣਾ ਮੈਂ, ਉਹ ਕਹੇਗਾ ਭਗਵਾਨ ਤੇਰੀ ਨਿਗਾਹ ਵਿੱਚ ਹੋਵੇਗਾ, ਮੈਂ ਤੇ ਵੇਖਣਾ ਇਹਦੇ ਅੰਦਰ ਦੀ ਸ਼ੁੱਧਤਾ ਕਿੰਨੀ ਹੈ, ਇਹਦੇ ਅੰਦਰ ਖਰਾ ਸੋਨਾ ਕਿੰਨਾ ਹੈ। ਮੈਂ ਤੇ ਆਪਣੀ ਕਸਵੱਟੀ ਤੇ ਭਗਵਾਨ ਨੂੰ ਵੀ ਲਾ ਕੇ ਵੇਖ ਲੈਣਾ। ਹੁਣ ਬੰਦਾ ਲੱਖ ਦਲੀਲਾਂ ਦੇਈ ਜਾਵੇ, ਲੱਖ ਉਹਨੂੰ ਤਰਕ ਦੇਵੇ ਕਿ ਭਾਈ ਵੇਖੋ ਇਹਦੀ ਪੂਜਾ ਕਰੋ, ਇਹ ਧਨ ਦਿੰਦਾ, ਇਹ ਦੌਲਤ ਦਿੰਦਾ, ਇਹਨੂੰ ਸਵੇਰੇ ਉੱਠ ਕੇ ਧੂਫ ਅਗਰਬੱਤੀ ਕਰਿਆ ਕਰੋ, ਇਹਨੂੰ ਮੱਥੇ ਟੇਕਿਆ ਕਰੋ, ਇਸ ਭਗਵਾਨ ਨੇ ਸਾਨੂੰ ਪੁੱਤ ਦਿੱਤਾ, ਇਸ ਭਗਵਾਨ ਨੇ ਸਾਨੂੰ ਕਾਰਾਂ ਗੱਡੀਆਂ ਦਿੱਤੀਆਂ। ਉਹ ਆਖੇਗਾ ਭਗਵਾਨ ਤੇਰੇ ਲਈ ਹੋਵੇਗਾ, ਮੈਂ ਸਿਰਫ ਅੰਦਰ ਦਾ ਖਰਾ ਸੋਨਾ ਵੇਖਣਾ, ਮੈਂ ਸਿਰਫ ਅੰਦਰ ਦੀ ਸ਼ੁੱਧਤਾ ਵੇਖਣੀ ਹੈ, ਬਾਹਰ ਦੇ ਰੂਪ ਨਾਲ ਮੈਨੂੰ ਕੋਈ ਮਤਲਬ ਨਹੀਂ ਹੈ। ਗੁਰੂ ਵੀ ਐਸਾ ਹੀ ਹੈ। ਸਿੱਖ ਗੁਰੂ ਦੇ ਦਰ ਤੇ ਆ ਕੇ ਪਖੰਡ ਕਰੇ, ਬਾਹਰ ਦਾ ਭੇਖ ਜਿੰਨਾ ਮਰਜ਼ੀ ਬਣਾ ਲਵੇ, ਗੁਰੂ ਵੇਖੇਗਾ ਸਿੱਖਾ ਤੇਰੇ ਅੰਦਰ ਸ਼ੁੱਧਤਾ ਕਿੰਨੀ ਹੈ, ਤੇਰੇ ਅੰਦਰ ਈਮਾਨ ਹੈਗਾ ਹੈ ਕਿ ਨਹੀਂ ਹੈਗਾ। ਉਹਨੇ ਇਹ ਨਹੀਂ ਵੇਖਣਾ ਤੂੰ ਪਾਠ ਕਿੰਨੇ ਕਰਾਉਣਾ, ਤੂੰ ਬਾਣੀ ਕਿੰਨੀ ਪੜ੍ਹਦਾ ਹੈ, ਤੂੰ ਕੀਰਤਨ ਕਿੰਨੀ ਵਾਰ ਸੁਣਦਾ ਹੈ, ਤੂੰ ਕਥਾ ਕਿਵੇਂ ਕਰਦਾ ਹੈ, ਤੂੰ ਕਥਾ ਕਿੰਨੀ ਸੁਣਦਾ ਹੈ। ਜੇ ਅੰਦਰ ਈਮਾਨ ਦਾ ਕਿਨਕਾ ਹੈਗਾ ਹੈ ਤੇ ਤੇਰਾ ਮੁੱਲ ਪੈ ਜਾਵੇਗਾ। ਜੇ ਅੰਦਰ ਈਮਾਨ ਨਹੀਂ ਹੈ, ਸਵਾਏ ਈਮਾਨ ਤੋਂ ਬੰਦੇ ਦੀ ਕੋਈ ਔਕਾਤ ਨਹੀਂ ਹੈ।
इस करके सतगुरु ने आख्या रब दे कोल कसौटी है। बाणी दे होर वाक साझे करदे आ। महाराज गुरु नानक साहब ने श्री राग विच एक वाक रखिया। गुरुदेव कहंदे वणज करो वणजारिओ वखर लिहो संभाल। जिन्हां नूं बाणी आउंदी नाल नाल पढ़िया करो। वणज करो वणजारिओ वखर लिहो संभाल। अगली पंक्ति की है तैसी वस्त विसाही है जैसी निभै नाल। वस्तु कट्ठी वो करनी है जिहड़ी नाल निभ जावे। हुण बंदा बहुत सारियां चीज़ां नाल चुकी फिरे, होण कूड़। आ पिछे जे सरकार ने नोट बंद कर दिते, करंसी बंद हो गई। मान लो अब तुसीं कीर्तन भेटा दिंदे हो, कोई कथा भेटा दिंदा, हुण कोई प्रबंधक सज्जण ऐसा वीर होवे जिहड़ा पुरानी करंसी दे नोट लियाण के रागी ਸਿੰਘਾਂ ਨੂੰ आखे, साडे वर्गे कथावाचक भाईआं ਨੂੰ आखे भाई साहब परवाह ना करियो, अज माया नाल लद के तोरना तुहानूं। वो दथे नोटां दे लियाण के इत्थे रख जावे ते भाई नूं रागी नूं मेरे वर्गे कथावाचक नूं जांदी वार रद्दी विच ही वेचने पैणे ना। ਉਹਦਾ ਮੁੱਲ कोई नहीं रह गया। ਹੁਣ ਬੰਦਾ ਕਈ ਵਾਰ ਫੋਕਟ ਚੀਜ਼ਾਂ ਦਾ ਹੰਕਾਰ ਕਰਦਾ, ਕਰਮਕਾਂਡਾਂ ਦਾ, ਪਖੰਡਾਂ ਦਾ ਹੰਕਾਰ ਕਰਦਾ ਹੈ ਨਾ ਬੰਦਾ, ਵੀ ਮੈਂ ਇੰਨਾ ਕੁਝ ਗੁਰੂ ਘਰ ਲਈ ਕਰਦਾ, ਮੈਂ ਇੰਨੇ ਪਾਠ ਕਰਦਾ। ਸਤਿਗੁਰੂ ਮਹਾਰਾਜ ਕਹਿੰਦੇ ਸਾਰਾ ਕੁਝ ਉਵੇਂ ਹੈ ਜਿਵੇਂ ਬੰਦਾ ਈਮਾਨ ਤੋਂ ਬਿਨਾਂ ਬਾਕੀ ਚੀਜ਼ਾਂ ਚੁੱਕੀ ਫਿਰੇ। ਜਿਵੇਂ ਕੋਈ ਵੇਖੋ ਕਿੰਨੀਆਂ ਉਦਾਹਰਨਾਂ ਬਾਣੀ, ਪਹਿਲਾਂ ਮੈਂ ਇੱਕ ਉਦਾਹਰਨ ਜਿਹੜੀ ਸਾਂਝੀ ਕਰਨ ਲੱਗਾ ਸੀ। ਸਤਿਗੁਰੂ ਕਹਿੰਦੇ ਜਦੋਂ ਵਣਜ ਕਰਨੀ ਹੈ ਤੇ ਵੱਖਰ ਨੂੰ ਸੰਭਾਲਣਾ ਹੈ, ਚੀਜ਼ ਉਹ ਵਸਾਉਣੀ ਹੈ, ਚੀਜ਼ ਉਸ ਦਾ ਵਪਾਰ ਕਰਨਾ ਹੈ ਜਿਹੜੀ ਨਾਲ ਨਿਭੇ। ਤੈਸੀ ਵਸਤ ਵਿਸਾਈ ਹੈ ਜੈਸੀ ਨਿਭ ਹੈ ਨਾਲ। ਅਗਲੀ ਪੰਕਤੀ ਰੱਖੀ ਅੱਗੇ ਸ਼ਾਹ ਸੁਜਾਨ ਹੈ, ਕਿਉਂਕਿ ਜਿਹੜਾ ਅੱਗੇ ਸ਼ਾਹ ਅੱਗੇ ਮਾਲਕ ਹੈ ਨਾ, ਅੱਗੇ ਜਿਹੜਾ ਅਮੀਰ ਬੈਠਾ, ਸ਼ਾਹ ਕਹਿੰਦੇ ਨੇ ਅਮੀਰ ਨੂੰ, ਜਿਹੜਾ ਅੱਗੇ ਅਮੀਰ ਬੈਠਾ ਹੈ ਅੱਗੇ ਸ਼ਾਹ ਸੁਜਾਨ ਹੈ। ਲੈਸੀ ਵਸਤ ਸੰਭਾਲ, ਉਹ ਬੜਾ ਸਿਆਣਾ ਹੈ। ਉਹਨੇ ਕੀ ਕਰਨਾ, ਉਹਨੇ ਖੋਟੇ ਸੁੱਟੀ ਜਾਣੇ ਆ ਤੇ ਜਿਹੜੇ ਖਰੇ ਨੇ ਉਹ ਆਪਣੇ ਖਜ਼ਾਨੇ 'ਚ ਪਾਈ ਜਾਣੇ। ਖੋਟ ਉਹਨੇ ਕੱਢ ਦੇਣੀ। ਜੇ ਤੇ ਤੂੰ ਖਰਾ ਹੋਏਗਾ ਤੇ ਉਹਦੇ ਖਜ਼ਾਨੇ ਵਿੱਚ ਪੈ ਜਾਵੇਂਗਾ, ਉਸ ਮਾਲਕ ਨੂੰ ਪ੍ਰਵਾਨ ਹੋ ਜਾਵੇਂਗਾ। ਹੋਰ ਉਦਾਹਰਨਾਂ ਸਾਂਝੀਆਂ ਕਰਦੇ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਮ ਤੋਂ ਬਿਨਾਂ ਜਿੰਨਾ ਵੀ ਬੰਦੇ ਦਾ ਵਿਹਾਰ ਹੈ, ਇੱਥੋਂ ਤੱਕ ਸ਼ਬਦ ਗੁਰਦੇਵ ਨੇ ਬੋਲ ਦਿੱਤੇ, ਭਾਵੇਂ ਸਾਨੂੰ ਕੌੜੇ ਲੱਗਣ, ਪਰ ਇਹ ਖਿਆਲ ਰੱਖਿਓ ਮਾਲਕ ਦੀ ਬਾਣੀ ਕਹਿੰਦੀ ਹੈ ਗੁਰੂ ਦੀ ਝਿੜਕ ਵੀ ਮਿੱਠੀ ਕਰਕੇ ਸਿੱਖ ਮੰਨਦਾ ਹੈ। ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ। ਮਹਾਰਾਜ ਕਹਿੰਦੇ ਰੱਬ ਦੇ ਨਾਮ ਤੋਂ ਬਿਨਾਂ, ਰੱਬ ਦੀ ਯਾਦ ਤੋਂ ਬਿਨਾਂ ਕੋਈ ਬੰਦਾ ਜਿੰਨੇ ਮਰਜ਼ੀ ਪਦਾਰਥ ਖਾ ਲਵੇ, ਮਹਿੰਗੇ ਮਹਿੰਗੇ ਪਦਾਰਥਾਂ ਨੂੰ ਭੋਗ ਲਵੇ। ਹੁਣ ਤੁਸੀਂ ਘਰ ਵਿੱਚ ਬਹੁਤ ਕੀਮਤੀ ਪਦਾਰਥ ਬਣਾਇਆ ਹੋਵੇ, ਬੜੀ ਮਿਹਨਤ ਇੱਕ ਭੈਣ ਨੇ ਰਸੋਈ ਵਿੱਚ ਕੀਤੀ ਹੋਵੇ ਤੇ ਬੜਾ ਸਵਾਦਿਸ਼ਟ ਪਕਵਾਨ ਤਿਆਰ ਹੋਵੇ ਤੇ ਤੁਹਾਨੂੰ ਦਿਨ ਵੇਲੇ ਉਹ ਖਵਾਇਆ ਜਾਵੇ। ਜਦੋਂ ਤੁਸੀਂ ਪਦਾਰਥ ਖਾਓ ਨਾ, ਤੁਸੀਂ ਛਕ ਲਿਆ ਤੇ ਮਗਰੋਂ ਤੁਹਾਨੂੰ ਕਿਸੇ ਨੇ ਆਣ ਕੇ ਆਖਿਆ ਕਿ ਜਿਹੜਾ ਪਦਾਰਥ ਤੁਸੀਂ ਖਾਧਾ ਹੈ ਨਾ, ਇਹਨੂੰ ਕੁੱਤੇ ਨੇ ਇਹਦੇ ਵਿੱਚ ਮੂੰਹ ਮਾਰਿਆ ਸੀ। ਜਿਹੜਾ ਪਦਾਰਥ ਤੁਸੀਂ ਖਾ ਹਟੇ ਹੋ, ਜਿਹਨੂੰ ਤੁਸੀਂ ਬੜੇ ਚਟਕਾਰੇ ਲੈ ਕੇ ਖਾਧਾ, ਬੜੇ ਸਵਾਦ ਨਾਲ ਖਾਧਾ, ਇਹਦੇ ਵਿੱਚ ਕੁੱਤੇ ਨੇ ਮੂੰਹ ਮਾਰਿਆ। ਕੁੱਤੇ ਨੇ। ਬੰਦੇ ਦੇ ਮਨ ਦੀ ਅਵਸਥਾ ਕੀ ਹੋਵੇਗੀ ਉਦੋਂ ਭਲਾ? ਬੰਦੇ ਦਾ ਮਨ ਦੀ ਹਾਲਤ ਕੀ ਹੋਵੇਗੀ? ਬਹੁਤ ਮਾੜੀ ਹੋਵੇਗੀ ਨਾ। ਵੇਖੋ ਬਾਣੀ ਨੇ ਆਖਿਆ ਨਾਮ ਬਿਨਾ ਜੋ ਪਹਿਰੇ ਖਾਏ ਜਿਉਂ ਕੂਕਰ ਜੂਠਣ ਮੈਂ ਪਾਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਕੁੱਤੇ ਨੇ ਝੂਠ ਵਿੱਚ ਮੂੰਹ ਮਾਰਿਆ ਹੋਵੇ ਨਾ, ਰੱਬ ਦੇ ਨਾਮ ਤੋਂ ਬਿਨਾ ਕੋਈ ਆਪਣੇ ਤਨ ਉੱਤੇ ਕੋਈ ਵਸਤਰ ਪਾ ਲਵੇ, ਕੁਝ ਖਾ ਲਵੇ, ਇਹ ਉਦਾਂ ਹੈ ਜਿਵੇਂ ਕੁੱਤੇ ਦੀ ਝੂਠ ਹੋਵੇ। ਇਸ ਕਰਕੇ ਨਾਮ ਸਭ ਤੋਂ ਇੰਪੋਰਟੈਂਟ ਹੈ। ਮਹਾਰਾਜ ਨੇ ਆਖਿਆ ਰੱਬੀ ਨਾਮ ਵਾਲਾ ਜੀਵਨ ਹੀ ਉਚੇਰਾ ਜੀਵਨ ਹੈ, ਬਾਹਰ ਦੇ ਭੇਖ ਕੋਈ ਅਰਥ ਨਹੀਂ ਰੱਖਦੇ। ਕਿੰਨੀਆਂ ਉਦਾਹਰਨਾਂ ਹੋਰ ਸਾਂਝੀਆਂ ਕਰ ਦਿੰਦਾ। ਜਿਵੇਂ ਇੱਕ ਔਰਤ, ਉਹਦਾ ਵਿਆਹ ਨਾ ਹੋਇਆ ਹੋਵੇ ਪਰ ਉਹਨੇ ਤਨ ਉੱਤੇ ਸੁਹਾਗਣ ਵਾਲਾ ਵਸਤਰ ਪਾਇਆ ਹੋਵੇ, ਉਹਨੇ ਹੱਥ ਵਿੱਚ ਚੂੜਾ ਪਾਇਆ ਹੋਵੇ, ਮੱਥੇ ਤੇ ਉਹਨੇ ਸੰਧੂਰ ਵੀ ਲਾਇਆ ਹੋਵੇ, ਸੂਹਾ ਰੰਗ ਦਾ ਉਹਨੇ ਪੂਰਾ ਭੇਖ ਧਾਰਨ ਕੀਤਾ ਹੋਵੇ, ਜੇ ਉਹਦਾ ਪਤੀ ਨਹੀਂ ਹੈਗਾ, ਉਹਦਾ ਕੀਤਾ ਹੋਇਆ ਭੇਖ ਕੋਈ ਅਰਥ ਨਹੀਂ ਰੱਖਦਾ। ਇਸ ਕਰਕੇ ਪਤੀ ਹੋਣਾ ਇੰਪੋਰਟੈਂਟ ਹੈ, ਭੇਖ ਹੋਣਾ ਇੰਪੋਰਟੈਂਟ ਨਹੀਂ ਹੈ। ਜੇ ਪਤੀ ਨਹੀਂ ਹੈਗਾ
ਹੁਣ ਭਾਈ ਆਨੰਦ ਕਾਰਜ ਉਹਦਾ ਹੀ ਕਰਾਵੇਗਾ ਨਾ, ਉਸੇ ਔਰਤ ਦਾ ਆਨੰਦ ਕਾਰਜ ਉਸੇ ਲੜਕੀ ਦਾ ਹੋਵੇਗਾ ਨਾ ਜਿਹਦਾ ਖਸਮ ਵੀ ਹੈਗਾ ਹੈ। ਹੁਣ ਕੱਲੀ ਪਤਨੀ ਜਾਂ ਕੱਲੀ ਪਤੀ ਆਣ ਕੇ ਆਖੇ ਭਾਈ ਸਾਹਿਬ ਜੀ 4 ਲਾਹਾਂ ਪੜ੍ਹ ਦਿਓ, ਮੈਂ ਆਨੰਦ ਕਾਰਜ ਕਰਾਉਣਾ, ਕਿਹਦੇ ਨਾਲ ਕਰਾਉਣਾ? ਸਤਿਗੁਰੂ ਮਹਾਰਾਜ ਕਹਿੰਦੇ ਨੇ ਰੱਬ ਦਾ ਨਾਮ, ਗੁਰੂ ਦੀ ਵਿਚਾਰ ਜੀਵਨ ਵਿੱਚ ਹੋਣੀ ਬਹੁਤ ਜ਼ਰੂਰੀ ਹੈ। ਜਿੱਦਾਂ ਜਿੱਦਾਂ ਬੰਦਾ ਗੁਰੂ ਦੀ ਵਿਚਾਰ ਨੂੰ ਛੱਡਦਾ ਹੈ, ਉਦਾਂ ਉਦਾਂ ਹਉਮੈ, ਹੰਕਾਰ, ਪਖੰਡ, ਜਾਤਾਂ ਦਾ ਹੰਕਾਰ ਉਹਨੂੰ ਆਣ ਕੇ ਗਰਸਦਾ ਹੈ, ਉਹਨੂੰ ਆਣ ਕੇ ਚੀਜ਼ਾਂ ਤੰਗ ਕਰਦੀਆਂ ਨੇ। ਸਤਿਗੁਰੂ ਗੁਰੂ ਗਰੀਬ ਨਵਾਜ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ ਜਿਹੜੇ ਭੱਟਾਂ ਦੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਾ ਸੀ, ਇਹਨਾਂ ਦੀ ਜਾਤ ਦੁਨਿਆਵੀ ਤੌਰ ਤੇ ਬ੍ਰਾਹਮਣ ਸੀ। ਇਹ ਗੁਰੂ ਘਰ ਦੇ ਵਿੱਚ ਆਏ ਬ੍ਰਾਹਮਣ ਉਹ ਹੈ ਜਿਹਨੂੰ ਸਤਿਗੁਰੂ ਮਹਾਰਾਜ ਨੇ ਕਹਿੰਦੇ ਜਿਹੜਾ ਬ੍ਰਹਮ ਨੂੰ ਚੇਤੇ ਕਰਦਾ ਉਹ ਬ੍ਰਾਹਮਣ ਹੈ। ਕੋਈ ਬ੍ਰਾਹਮਣ ਦੇ ਘਰ ਜਨਮ ਲੈ ਕੇ ਬ੍ਰਾਹਮਣ ਨਹੀਂ ਬਣਦਾ। ਇਹਨਾਂ ਨੇ ਇੱਕ ਸਵਈਆ ਰੱਖਿਆ, ਕਹਿਣ ਲੱਗੇ ਅਸੀਂ ਗੁਰੂ ਦੇ ਦਰ ਤੇ ਆਉਣ ਤੋਂ ਪਹਿਲਾਂ ਬੜਾ ਭਟਕੇ, ਵੱਡੇ ਵੱਡੇ ਸਾਧਾਂ ਨੂੰ ਵੇਖਿਆ, ਕਈ ਸੰਤਾਂ ਨੂੰ ਵੇਖਿਆ, ਪਰ ਜਦੋਂ ਉਹਨਾਂ ਨੂੰ ਟੋਲ ਕੇ ਵੇਖਿਆ ਨਾ, ਜੋ ਉਹ ਕਹਿੰਦੇ ਸੀ ਉਹਨਾਂ ਦੇ ਜੀਵਨ ਵਿੱਚ ਉਹ ਚੀਜ਼ ਨਹੀਂ ਸੀ ਹੈਗੀ। ਕਿਉਂਕਿ ਉਪਦੇਸ਼ ਕਰ ਲੈਣਾ ਵੱਖਰੀ ਗੱਲ ਹੈ, ਪਰ ਉਪਦੇਸ਼ ਜੀਵਨ ਵਿੱਚ ਹੋਣਾ ਇਹਦੇ ਵਿੱਚ ਫਰਕ ਹੈ। ਮੈਂ ਉਪਦੇਸ਼ ਕਰ ਰਿਹਾ, ਪਰ ਜ਼ਰੂਰੀ ਨਹੀਂ ਕਿ ਜਿਹੜੀ ਗੱਲ ਮੁਖ ਤੋਂ ਮੈਂ ਕਰ ਰਿਹਾ ਚਾਹੀਦੀ ਤੀ ਉਹ ਮੈਨੂੰ ਵੀ ਕਮਾਉਣੀ। ਗੁਰੂ ਦਾ ਜੀਵਨ ਤਾਂ ਉਚੇਰਾ ਹੈ ਕਿ ਗੁਰੂ ਨੇ ਜੋ ਆਪਣੇ ਮੁਖ ਤੋਂ ਕਿਹਾ ਹੈ ਨਾ, ਉਹਨੂੰ ਪਹਿਲਾਂ ਆਪਣੀ ਜ਼ਿੰਦਗੀ ਵਿੱਚ ਹੰਡਾਇਆ ਹੈ, ਉਹਨੂੰ ਕਮਾਇਆ ਹੈ। ਤਾਂ ਹੀ ਗੁਰੂ ਸਾਡੇ ਲਈ ਪ੍ਰੇਰਨਾ ਸਰੋਤ ਹੈ, ਤਾਂ ਹੀ ਭੱਟ ਗੁਰੂ ਦੀ ਉਸਤਤ ਕਰਦੇ ਨੇ। ਉਹਨਾਂ ਨੇ ਇੱਥੋਂ ਤੱਕ ਸਵਈਏ ਰੱਖੇ, ਕੱਚੋਂ ਕੰਚਨ ਭਇਓ ਸ਼ਬਦ ਗੁਰ ਸ਼ਰਵਣੈ ਸੁਣਿਓ। ਇਹਦੇ ਜਦੋਂ ਗੁਰੂ ਦਾ ਸ਼ਬਦ ਸੁਣਿਆ, ਮੇਰਾ ਜੀਵਨ ਕੱਚ ਵਰਗਾ ਸੀ ਪਰ ਮੈਂ ਸੋਨੇ ਵਰਗਾ ਹੋ ਗਿਆ। ਕੱਚ ਦਾ ਕੀ ਮੁੱਲ ਹੈ ਜੀ? ਸੋਨੇ ਦਾ ਤੇ ਮੁੱਲ ਹੈ, ਕੱਚ ਦਾ ਕੀ ਮੁੱਲ ਹੈ? ਕੱਚ ਟੁੱਟ ਜਾਵੇ ਤੇ ਲੋਕ ਰੂੜੀ ਤੇ ਸੁੱਟਦੇ ਨੇ, ਗੰਦ ਤੇ ਸੁੱਟਦੇ ਨੇ। ਸੋਨਾ ਟੁੱਟ ਵੀ ਜਾਵੇ, ਕਦੇ ਰੂੜੀ ਤੇ ਸੁੱਟਿਆ ਨਹੀਂ ਜਾਂਦਾ, ਉਹਦਾ ਫਿਰ ਵੀ ਮੁੱਲ ਨਹੀਂ ਘਟਣਾ। ਕੱਚ ਦੀ ਗਲਾਸੀ ਬੰਦੇ ਨੇ ਖਰੀਦੀ ਹੋਵੇ, ਟੁੱਟ ਜਾਵੇ, ਬੰਦਾ ਕੀ ਕਹਿੰਦਾ? ਕਹਿੰਦਾ ਸੁੱਟੋ ਪਰਾਂ ਕੂੜੇ ਦੇ ਵਿੱਚ। ਤੇ ਸੋਨੇ ਦਾ ਗਹਿਣਾ ਖਰੀਦਿਆ ਹੋਵੇ, ਟੁੱਟ ਜਾਵੇ ਤੇ ਬੰਦਾ ਲੱਭਦਾ ਏ, ਕਹਿੰਦੇ ਕਿੱਥੇ ਗਿਆ? ਉਹਨੂੰ ਚੁੱਕ ਕੇ ਸੰਭਾਲ ਕੇ ਰੱਖਦਾ ਏ। ਹਾਲਾਂਕਿ ਪਾਏ ਹੋਏ ਦੀ ਭਾਵੇਂ ਉਨੀ ਨਾ ਸੰਭਾਲ ਹੋਵੇ, ਟੁੱਟ ਜਾਵੇ ਤੇ ਕਈ ਵਾਰ ਉਹਦੀ ਸੰਭਾਲ ਵੱਧ ਜਾਂਦੀ ਹੈ ਵੀ ਇਹਨੂੰ ਸੰਦੂਕ ਵਿੱਚ ਰੱਖੋ, ਫਿਰ ਬਣਾ ਕੇ ਲਿਆਵਾਂਗੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮੈਂ ਕੱਚ ਤੋਂ ਕੰਚਨ ਵਰਗਾ ਹੋ ਗਿਆ। ਕਦੋਂ? ਜਦੋਂ ਗੁਰੂ ਦਾ ਸ਼ਬਦ ਆਪਣੇ ਕੰਨਾਂ ਦੇ ਨਾਲ ਸੁਣਿਆ। ਮੈਂ ਅਰਜ਼ ਕਰਨ ਲੱਗਾ ਸੀ ਵੀ ਗੁਰੂ ਦੀ ਵਡਿਆਈ ਇਹ ਹੈ। ਵੇਖੋ, ਅਸੀਂ ਗੁਰੂ ਘਰ ਵਿੱਚ ਆਏ, ਅਸੀਂ ਸ਼ਬਦ ਨੂੰ ਸੁਣਿਆ, ਤੁਸੀਂ ਫਿਰ ਕਮਾਉਣਾ। ਤੁਸੀਂ ਗੁਰੂ ਦਾ ਕੋਈ ਉਪਦੇਸ਼ ਸੁਣਿਆ, ਫਿਰ ਤੁਸੀਂ ਉਸ ਨੂੰ ਆਪਣੀ ਜੀਵਨ ਵਿੱਚ ਕਮਾਉਣਾ ਹੈ। ਗੁਰੂ ਨੇ ਪਹਿਲਾਂ ਕਮਾਇਆ ਹੈ, ਫਿਰ ਉਪਦੇਸ਼ ਦਿੱਤਾ ਹੈ। ਫਿਰ ਆਖਿਆ ਹਉ ਆਪੋਂ ਬੋਲ ਨਾ ਜਾਣਦਾ ਮੈਂ, ਕਹਿਆ ਸਭ ਹੁਕਮਾਓ ਜੀਓ। ਗੁਰੂ ਨੇ ਪਹਿਲਾਂ ਉਸ ਚੀਜ਼ ਨੂੰ ਹੰਡਾਇਆ ਹੈ। ਇਸ ਕਰਕੇ ਗੁਰੂ ਬਲਵਾਨ ਹੈ, ਤੇ ਗੁਰੂ ਨਾਲ ਜੁੜਨ ਵਾਲਾ ਵੀ ਤਾਂ ਬਲਵਾਨ ਹੁੰਦਾ ਹੈ ਕਿਉਂਕਿ ਗੁਰੂ ਡਿੱਗਣ ਨਹੀਂ ਦਿੰਦਾ ਤੁਹਾਨੂੰ। ਗੁਰੂ ਤੁਹਾਨੂੰ ਝੋਰਾ ਨਹੀਂ ਕਰਨ ਦਿੰਦਾ। ਪਰ ਕਈ ਵਾਰ ਅਸੀਂ ਗੁਰੂ ਨਾਲ ਸਾਂਝ ਬਣਾਏ ਤੋਂ ਬਿਨਾਂ ਝੋਰਾ ਕਰਦੇ ਹਾਂ। ਮੰਨ ਲਓ ਘਰ ਵਿੱਚ ਮੌਤ ਹੋ ਗਈ, ਅਸੀਂ ਗੁਰੂ ਨੂੰ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ, ਅਕਾਲ ਪੁਰਖ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਵੀ ਸਾਡੇ ਨਾਲ ਇਹੋ ਜਿਹਾ ਕਹਿਰ ਕਿਉਂ ਵਾਪਰਿਆ, ਸਾਡੇ ਪਰਿਵਾਰ ਵਿੱਚ ਇਦਾਂ ਕਿਉਂ ਹੋਇਆ। ਪਰ ਜਿਸ ਗੁਰੂ ਦੇ ਅੱਗੇ ਤੁਸੀਂ ਝੋਰਾ ਮਾਰ ਰਹੇ ਹੋ, ਜਿਸ ਗੁਰੂ ਅੱਗੇ ਨਿਹੋਰਾ ਮਾਰ ਰਹੇ ਹੋ, ਉਸ ਗੁਰੂ ਨੇ ਤੇ ਆਪਣੇ ਪੁੱਤ ਵੀ ਵਾਰੇ ਨੇ, ਉਹਨੇ ਆਪਣੇ ਪੁੱਤ ਵਾਰੇ ਨੇ। ਤੇ ਪੁੱਤ ਵਾਰ ਕੇ ਉਹਦੀ ਅੱਖ ਵਿੱਚ ਇੱਕ ਹੰਝੂ ਤੱਕ ਨਹੀਂ ਡਿੱਗਾ, ਇੱਕ ਹੰਝੂ। ਇਹ ਗੁਰੂ ਦੇ ਸਿੱਖ ਦਾ ਜੀਵਨ ਸੀ। ਕਿੰਨੀਆਂ ਇਤਿਹਾਸ ਵਿੱਚੋਂ ਤੁਹਾਨੂੰ ਉਦਾਹਰਨਾਂ ਮਿਲ ਜਾਣਗੀਆਂ। ਮੈਂ ਬੜੀ ਵਾਰ ਹੈਰਾਨ, ਅੱਜ ਦੇ ਸਮੇਂ ਵਿੱਚ ਕਈ ਵਾਰ ਜਦੋਂ ਅਸੀਂ ਉਹਨਾਂ ਘਟਨਾਵਾਂ ਨੂੰ ਸੁਣਦੇ, ਅਸੀਂ ਕਹਿੰਦੇ ਪੋਸੀਬਲ ਕਿਵੇਂ ਹੋ ਸਕਦੀ ਗੱਲ, ਇਹ ਸੰਭਵ ਕਿਵੇਂ ਹੋ ਸਕਦੀ ਹੈ? ਨਹੀਂ, ਜਿਹੜਾ ਗੁਰੂ ਨਾਲ ਜੁੜ ਗਿਆ। 2 ਉਦਾਹਰਨਾਂ ਇਤਿਹਾਸ ਵਿੱਚੋਂ ਦਵਾਂਗਾ। ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਬਹੁਤ ਕਰੀਬੀ ਰਹੇ ਨੇ, ਜਿਹਦੇ ਬਾਰੇ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਕਹਿੰਦੇ ਜਦੋਂ ਭਾਈ ਮਰਦਾਨਾ ਦਾ ਅੰਤਮ ਸਮਾਂ ਆਇਆ ਨਾ, ਅੰਤਮ ਸਮਾਂ ਨੇੜੇ ਆਇਆ ਉਹਨਾਂ ਦਾ ਜਦੋਂ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆ ਜੇ ਤੂੰ ਹੁਕਮ ਕਰੇ, ਤੂੰ ਸਾਰੀ ਜ਼ਿੰਦਗੀ ਮੇਰੇ ਨਾਲ ਕੱਢੀਏ, ਤੇ ਜਦੋਂ ਤੂੰ ਦੁਨੀਆ ਤੋਂ ਜਾਵੇਂ ਤੇ ਤੇਰੀ ਕਬਰ ਬਣਾ ਦਈਏ, ਤੇਰਾ ਇੱਕ ਮਕਬਰਾ ਬਣਾ ਦਈਏ, ਜੋ ਤੇਰਾ ਹੁਕਮ ਹੋਵੇ ਤੇਰੇ ਸਰੀਰ ਨਾਲ ਉਦਾਂ ਹੀ ਕਰ ਦਿਆਂਗੇ। ਤੁਸੀਂ ਵੇਖੋ ਭਾਈ ਮਰਦਾਨੇ ਦਾ ਜਵਾਬ ਕੀ ਸੀ। ਉਹ ਕਹਿਣ ਲੱਗਾ, ਮਹਾਰਾਜ ਸਾਰੀ ਜ਼ਿੰਦਗੀ ਬਾਬਾ ਤੇਰੀ ਸੰਗਤ ਕੀਤੀ ਏ, ਤੇ ਭਾਈ ਸਾਡੀਆਂ ਸਾਖੀਆਂ ਵਿੱਚ ਲਿਖਿਆ ਹੈ
ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਹੁੰਦਾ ਸੀ, ਬਾਬਾ ਤੇਰੇ ਤੇ ਮੇਰੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈਗਾ। ਗੁਰੂ ਨਾਨਕ ਸਾਹਿਬ ਪੁੱਛਦੇ ਨੇ, ਉਹ ਕਿਵੇਂ? ਕਹਿੰਦੇ ਵੇਖ, ਤੂੰ ਰੱਬ ਦਾ ਕੀਰਤਨੀਆ ਤੇ ਮੈਂ ਤੇਰਾ ਕੀਰਤਨੀਆ। ਫਰਕ ਵੇਖੋ। ਕਹਿੰਦੇ ਤੂੰ ਰੱਬ ਦਾ ਰਬਾਬੀ ਤੇ ਮੈਂ ਤੇਰਾ ਰਬਾਬੀ। ਗੁਸਤਾਖੀ ਮਾਫ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਮਰਾਸੀ ਜਾਤ ਦੇ ਬੰਦੇ ਨੂੰ ਰੱਬ ਦਾ ਕੀਰਤਨੀਆ ਬਣਾਇਆ। ਉਹਨੂੰ ਆਖਿਆ ਤੂੰ ਨਿਰੰਕਾਰ ਦਾ ਕੀਰਤਨੀਆ ਹੈ, ਤੂੰ ਬੰਦਿਆਂ ਦੀ ਉਸਤਤ ਨਹੀਂ ਕਰਨੀ, ਤੂੰ ਕਿਹਦੀ ਉਸਤਤ ਕਰਨੀ ਹੈ? ਨਿਰੰਕਾਰ ਦੀ ਉਸਤਤ ਕਰਨੀ ਹੈ। ਅੱਜ ਤੱਕ ਭਾਈ ਮਰਦਾਨਾ ਸਾਡੇ ਵਿੱਚ ਜਿਉਂਦਾ ਹੈ। ਮੈਂ ਥੋੜਾ ਜਿਹਾ ਵਿਸ਼ੇ ਤੋਂ ਹਟ ਕੇ ਗੱਲ ਕਰ ਰਿਹਾ, ਪਰ ਦੁਖਾਂਤ ਮੇਰੇ ਪੰਥ ਦਾ ਇਹ ਵੀ ਹੈ ਕਿ ਅਸੀਂ ਗੁਰੂ ਨਾਨਕ ਨੇ ਤੇ ਮਰਾਸੀ ਨੂੰ ਰੱਬ ਦਾ ਕੀਰਤਨੀਆ ਬਣਾ ਦਿੱਤਾ ਤੇ ਅਸੀਂ ਕੀਰਤਨੀਆ ਮਰਾਸੀ ਬਣਾ ਦਿੱਤੇ। ਸਾਡਾ ਦੁਖਾਂਤ ਇਹ ਵੀ ਹੈ। ਉਹਨੂੰ ਰੱਬ ਦੀ ਸਿਫਤ ਸਲਾਹ ਦੇ ਨਾਲ ਜੋੜਿਆ। ਇਸ ਕਰਕੇ ਇਹਨਾਂ ਗੱਲਾਂ ਨੂੰ ਵੀ ਵਿਚਾਰਨ ਦੀ ਲੋੜ ਹੈ ਪੰਥਕ ਤੌਰ ਤੇ। ਸਮਾਂ ਨਹੀਂ ਮੈਂ ਬਹੁਤਾ ਇਹਨੂੰ ਹੁਣ ਖੋਲਾਂ ਗੱਲ ਨੂੰ, ਤੁਸੀਂ ਆਪ ਸਮਝਿਓ ਇਸ ਗੱਲ ਨੂੰ। ਮੈਂ ਜਿਹੜੀ ਅਰਜ਼ ਕਰਨ ਲੱਗਾ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭਾਈ ਮਰਦਾਨੇ ਨੇ ਆਖਿਆ, ਕਹਿਣ ਲੱਗੇ ਬਾਬਾ ਇੱਕ ਸਰੀਰ ਦੀ ਮੜੀ ਵਿੱਚੋਂ ਕੱਢ ਕੇ ਹੁਣ ਇੱਟਾਂ ਦੀ ਮੜੀ ਵਿੱਚ ਪਾਉਣਾ। ਜਦੋਂ ਗੁਰੂ ਨਾਨਕ ਨੇ ਆਖਿਆ ਤੇਰਾ ਮਕਬਰਾ ਬਣਾ ਦਈਏ। ਮੈਂ ਸੁਣ ਰਿਹਾ ਸੀ ਆ ਪੰਜਾਬ ਦਾ ਇੱਕ ਕਲਾਕਾਰ ਹੈ ਮਾਸਟਰ ਸਲੀਮ, ਸ਼ਾਇਦ ਤੁਸੀਂ ਨਾਂ ਸੁਣਿਆ ਹੋਵੇਗਾ। ਉਹ ਆਪਣੇ ਆਪ ਨੂੰ ਭਾਈ ਮਰਦਾਨੇ ਦੀ ਵੰਸ਼ ਵਿੱਚੋਂ ਖਵਾਉਂਦੇ ਨੇ। ਭਾਈ ਮਰਦਾਨਾ ਹੁਣ ਮਰਾਸੀ ਨਹੀਂ ਰਿਹਾ, ਉਹ ਰੱਬ ਦਾ ਕੀਰਤਨੀਆ। ਉਹਦੀ ਵੰਸ਼ ਬਦਲ ਗਈ, ਉਹਦੀ ਵੰਸ਼ ਬਦਲ ਗਈ, ਤਬਦੀਲ ਹੋ ਗਈ। ਉਹ ਇੱਕ ਵੀਡੀਓ ਦੇ ਵਿੱਚ ਬੋਲ ਰਿਹਾ ਸੀ ਅਸੀਂ ਭਾਈ ਮਰਦਾਨੇ ਦੀ ਜਗ੍ਹਾ ਬਣਾਉਣੀ। ਕਮਾਲ ਹੈ। ਉਹਦਾ ਜਵਾਬ ਮੈਂ ਦੇਣ ਲੱਗਾ ਨਾਲ ਹੀ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭਾਈ ਮਰਦਾਨੇ ਨੇ ਕਿਹਾ, ਮਹਾਰਾਜ ਸਰੀਰ ਦੀ ਮੜੀ ਵਿੱਚੋਂ ਕੱਢ ਕੇ ਹੁਣ ਤੁਸੀਂ ਕਬਰ ਦੀ ਮੜੀ ਵਿੱਚ ਪਾਉਣਾ, ਇੱਟਾਂ ਦੀ ਮੜੀ ਵਿੱਚ ਪਾਉਣਾ ਹੈ। ਬਾਬਾ ਮੇਰਾ ਇਹ ਸਰੀਰ ਦੇ ਨਾਲ ਕੋਈ ਮੋਹ ਨਹੀਂ ਹੈ। ਤੇ ਯਾਦ ਰੱਖੋ, ਜਿਹੜਾ ਸਿੱਖ ਗੁਰੂ ਦੇ ਨੇੜੇ ਰਹਿ ਗਿਆ ਉਹਨੇ ਸਰੀਰ ਦੇ ਮੋਹ ਨੂੰ ਤਿਆਗ ਦਿੱਤਾ। ਜਦੋਂ ਸੂਰਮਾ ਕੁਰਬਾਨੀ ਕਰਦਾ ਹੈ ਜੰਗ ਦੇ ਮੈਦਾਨ ਵਿੱਚ, ਇਹਦਾ ਅਰਥ ਇਹ ਹੈ ਵੀ ਉਹਦਾ ਹੁਣ ਸਰੀਰ ਦੇ ਨਾਲ ਕੋਈ ਮੋਹ ਨਹੀਂ ਰਿਹਾ। ਪਹਿਲੀ ਉਦਾਹਰਨ। ਦੂਜੀ ਉਦਾਹਰਨ ਸਾਨੂੰ ਉਸ ਵਕਤ ਮਿਲਦੀ ਹੈ ਜਿਸ ਵਕਤ ਇੱਕ ਗੁਰੂ ਦਾ ਸਿੱਖ ਜੀ ਦਾ ਇਤਿਹਾਸ ਹੈ, ਜੇ ਮੈਂ ਨਾਂ ਥੋੜਾ ਬਹੁਤਾ ਕਿਤੇ ਇੱਧਰ ਉੱਧਰ ਹੋਵੇ ਤੇ ਗੁਸਤਾਖੀ ਮਾਫ। ਉਹਦਾ ਨਾਂ ਸੀ ਭਾਈ ਝੰਡਾ। ਗੁਰੂ ਅਰਜਨ ਸਾਹਿਬ ਮਹਾਰਾਜ, ਗੁਰੂ ਸਾਹਿਬ ਨੇ ਉਹਨੂੰ ਵਪਾਰ ਦੇ ਲਈ ਭੇਜਿਆ। ਮਗਰੋਂ ਖਬਰ ਮਿਲੀ ਵੀ ਜਵਾਨ ਪੁੱਤ ਚੜ੍ਹਾਈ ਕਰ ਗਿਆ। ਉਹਨੇ ਆਖਿਆ ਘਰ ਦੇ ਵਿੱਚ ਬਾਲਣ ਹੈਗਾ ਤੇ ਸੰਸਕਾਰ ਕਰ ਦਿਓ, ਮੈਂ ਤੇ ਗੁਰੂ ਦਾ ਹੁਕਮ ਵਜਾਉਣ ਚੱਲਿਆ। ਕਹਿਣ ਤੋਂ ਭਾਵ ਇਹ ਹੈ ਵੀ ਜਿਨ੍ਹਾਂ ਨੇ ਗੁਰੂ ਨਾਲ ਸਾਂਝ ਬਣਾ ਲਈ ਉਹਦਾ ਸਰੀਰਾਂ ਦੇ ਨਾਲੋਂ ਨਹੀਂ ਖਤਮ ਹੋ ਗਿਆ। ਉਹਦੀ ਸੁਰਤ ਵਾਕਈ ਸ਼ਬਦ ਵਿੱਚ ਜੁੜ ਕੇ ਚੇਲਾ ਬਣ ਗਈ। ਉਹਨੂੰ ਸਰੀਰ ਦੇ ਨਾਲ ਕੋਈ ਮੋਹ ਨਹੀਂ ਰਿਹਾ। ਪਰ ਅਸੀਂ ਅਜੇ ਫਸੇ ਹਾਂ, ਕਿਉਂਕਿ ਬੰਦਾ ਸਰੀਰ ਦੀ ਉਸਤਤ ਵੀ ਸੁਣਨਾ ਚਾਹੁੰਦਾ ਹੈ। ਸੁਣਨਾ ਚਾਹੁੰਦਾ ਹੈ ਨਾ ਜੀ। ਵੇਖੋ, ਬੰਦਾ ਗੁਰਦੁਆਰੇ ਪੱਖਾ ਵੀ ਭੇਟ ਕਰੇ, ਉੱਥੇ ਵੀ ਚਾਹੁੰਦਾ ਹੈ ਵੀ ਮੇਰਾ ਨਾਂ ਲਿਖਿਆ ਜਾਵੇ। ਕੋਈ ਮਸ਼ੀਨ ਭੇਟ ਕਰੇ, ਕਹਿੰਦਾ ਮੇਰਾ ਨਾਂ ਲਿਖਿਆ ਜਾਵੇ। ਇਹ ਬੰਦੇ ਦੇ ਸੁਭਾਅ ਦਾ ਇਹ ਚੀਜ਼ ਹਿੱਸਾ ਹੈ। ਫਿਰ ਬੰਦਾ ਜਦੋਂ ਗੁਰਦੁਆਰੇ ਆਇਆ, ਸਭ ਤੋਂ ਪਹਿਲਾਂ ਉਹਦੀ ਨਿਗਾਹ ਕਿੱਥੇ ਜਾਂਦੀ ਹੈ ਭਲਾ? ਗੁਰੂ ਵੱਲ ਨਹੀਂ ਆਉਂਦੀ। ਸਭ ਤੋਂ ਪਹਿਲਾਂ ਨਿਗਾਹ ਜਾਂਦੀ ਇੱਥੇ ਮੇਰਾ ਨਾਂ ਕਿੱਥੇ ਕੁ ਲਿਖਿਆ ਹੈ ਭਲਾ। ਇਹਦਾ ਮਤਲਬ ਇਹ ਵੀ ਜਿਹੜੀ ਚੀਜ਼ ਮੈਂ ਭੇਟਾ ਕਰਨ ਦਾ ਦਾਅਵਾ ਕਰਦਾ ਸੀ, ਉਹ ਚੀਜ਼ ਮੈਂ ਹੱਥੋਂ ਤੇ ਛੱਡ ਦਿੱਤੀ, ਪਰ ਮਨ ਕਰਕੇ ਅਜੇ ਵੀ ਛੱਡੀ ਨਹੀਂ ਹੈ। ਇੱਥੇ ਤਾਂ ਤੁਹਾਡੇ ਬਚਾਅ ਹੈ। ਅਜੇ ਆ ਪੰਜਾਬ ਵਿੱਚ ਕਈ ਵਾਰ ਜਦੋਂ ਸਮਾਗਮਾਂ ਤੇ ਜਾਈਦਾ, ਸਾਰੇ ਪੱਖੇ ਭਰੇ ਹੁੰਦੇ ਨੇ ਸਵਰਗਵਾਸੀ ਫਲਾਨਾ ਸਿੰਘ ਦੀ ਯਾਦ ਵਿੱਚ। ਹੁਣ ਨਾ ਬਾਪੂ ਮਰਦਾ ਤੇ ਉਹਨਾਂ ਨੂੰ ਇਹ ਲੱਗਦਾ ਵੀ ਪੱਖਾ ਵੀ ਗੁਰਦੁਆਰੇ ਪਤਾ ਨਹੀਂ ਹੋਣਾ ਸੀ ਕਿ ਨਹੀਂ ਹੋਣਾ ਸੀ। ਹੁਣ ਤੁਸੀਂ ਆਪ ਅੰਦਾਜ਼ਾ ਲਾ ਕੇ ਵੇਖੋ ਗੁਰਮੁਖੋ, ਜਦੋਂ ਅਸੀਂ ਗੁਰੂ ਘਰ ਵਿੱਚ ਕੋਈ ਵਸਤ ਭੇਟਾ ਕਰਦੇ ਹਾਂ, ਅਸੀਂ ਸਰੀਰ ਕਰਕੇ ਤੇ ਛੱਡ ਦਿੱਤੀ ਵੀ ਦੇ ਆਏ, ਪਰ ਮਨ ਕਰਕੇ ਥੋੜਾ ਛੱਡੀਏ। ਮਨ ਤੇ ਅਜੇ ਵੀ ਸਾਡਾ ਉੱਥੇ ਗੱਡਿਆ ਹੋਇਆ। ਖੈਰ, ਮੈਂ ਜਿਹੜੀ ਅਰਜ਼ ਤੁਹਾਡੇ ਚਰਨਾਂ ਵਿੱਚ ਕਰਨ ਲੱਗਾ ਸੀ, ਗੁਰੂ ਦੀ ਵਡਿਆਈ ਇਹ ਹੈ ਕਿ ਗੁਰੂ ਨੇ ਜਿਹੜਾ ਬੋਲ ਆਪਣੇ ਮੁਖ ਤੋਂ ਕਿਹਾ ਹੈ ਨਾ, ਉਹ ਪਹਿਲਾਂ ਕਮਾਇਆ ਹੈ ਆਪਣੀ ਜ਼ਿੰਦਗੀ ਵਿੱਚ। ਜੇ ਗੁਰੂ ਤੁਹਾਨੂੰ ਤਰਵਾਸ ਦਿੰਦਾ ਹੈ, ਤੁਹਾਡੇ ਘਰ ਵਿੱਚ ਮੌਤ ਹੋਈ, ਜੇ ਗੁਰੂ ਦੀ ਬਾਣੀ ਕਿਉਂਕਿ ਜਿਹੜੇ ਸ਼ਬਦ ਹੁੰਦੇ ਨੇ ਆਪਣੇ ਆਪ ਵਿੱਚ ਬੜੀ ਮਹਾਨਤਾ ਰੱਖਦੇ ਨੇ। ਮੈਂ ਇੱਕ ਉਦਾਹਰਨ ਹੋਰ ਦੇਵਾਂਗਾ। ਸਾਡਾ ਗੁਰੂ ਸ਼ਬਦ ਹੈ, ਅਸੀਂ ਹਰ ਵਕਤ ਤੇ ਪੜ੍ਹਦੇ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਇੱਕ ਸ਼ਬਦ ਤੁਸੀਂ ਪੜ੍ਹਦੇ ਹੋ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਮੇਰਾ ਗੁਰੂ ਕੀ ਹੈ? ਸ਼ਬਦ। ਇਹ ਸ਼ਬਦਾਂ ਦੀ ਆਪਣੇ ਆਪ ਵਿੱਚ ਬੜੀ ਮਹਾਨਤਾ ਹੈ। ਮੇਰੇ ਜਿਹੜੇ ਬੋਲ ਨੇ ਨਾ, ਮੇਰੇ ਜਿਹੜੇ ਸ਼ਬਦ ਨੇ, ਇਹ ਕੱਚੇ ਹੋ ਸਕਦੇ ਨੇ। ਇਹਨੂੰ ਗੁਰੂ ਅਮਰਦਾਸ ਨੇ ਆਖਿਆ, ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ। ਕੱਚੀ ਬਾਣੀ ਕਿਉਂ ਹੋ ਗਈ? ਕਿਉਂਕਿ ਜਿਹੜਾ ਮੈਂ ਬੋਲਿਆ ਉਹ ਮੈਂ ਆਪ ਕਮਾਇਆ
नहीं है। मैं सिर्फ अज कमाई की गल कर रहा, कमाई होनी मुख गल है। हुण मेरे बोल कच्चे हो सकते हैं क्योंकि जिहड़ा बोल मैं अपनी जुबान तो कढ़िया, जिहड़ा शब्द कढ़िया उन्होंने कमाया नहीं। गुरु के बोल कच्चे नहीं है। तुहानूं दुनिया में बड़े ऐसे लिखारी मिल जाएंगे, बड़ियां सुंदर सुंदर कवितावां पढ़ते हैं, पर उन्हां दी कविता ने समाज में कोई बदलाव नहीं लिया। अज तक उन्हां दी कविता बदलाव नहीं लिया सकी। बड़ी बार हैरान हुंदा है, साडे कीर्तन रागां विच जां गुरबाणी नूं गाउण नूं कहिंदे ने, वो धारना पढ़न वाला कल्चर चल पिया। वो कवितावां 2-2 घंटे के दीवानां विच कविता ही पढ़ी जांदे ने, बाणी नहीं पढ़ी। हुण कविता सानूं प्रभावित भी कई बार करदी है भी कविता बड़ी सोहणी लिखी है, पर कविता विच इन्नी कैपेसिटी नहीं है कि वो गुरु ग्रंथ साहब जां गुरु के शब्द की बराबरता कर सके। क्योंकि कवि दुनिया का जिहड़ा कवि है ਉਹਦੇ पल्ले हो सकता है ਉਹਦੇ बोल सोहणे होण पर ਉਹਦਾ जीवन सोहना ना होवे। ਜਦੋਂ गुरु अर्जन साहब महाराज ने गुरु ग्रंथ साहब की संपादना की है ना, उदों होर भी कवि आए सी अपनियां रचनावां लैके, गुरु साहब ने दर्ज नहीं कीतियां, रद्द कर दित्तियां। रीजन की है? क्योंकि उन्हां दी कविता विच हंकार भी सी, हौमे भी सी। गुरु की बाणी वाह वाह बाणी निरंकार है, ये बाणी ते निरंकार का रूप है। मैं जिहड़ी अर्ज कर लगा सी तुहाडे चरनां में, गुरु के बोल कच्चे नहीं हैं। गुरु ने जो कहा है उन्होंने अपनी जिंदगी में लागू किया है, पहला नुकता है। फिर गुरु दीयां गल्लां कोई हवा विच नहीं हैं। गुरु जे निमरता की गल करदा है तो तुहानूं इतिहास विचों कई उदाहरणां मिल जाणगीआं। जे गुरु आपा वारन की गल करदा है तो गुरु साहब आप वारदे ने। उन्हां दे परिवार हुण अगे साहिबजादियां दे शहीदी पुरब आउणे ने, उन्होंने अपने परिवार तक वारे ने। प्यारा सिंह पदम ने उन्होंने 2 किताबां संपादित कीतियां ने, अल्लाह यार खां जोगी दियां लिखियां। एक किताब का नाम है गंजे शहीदां, दूजे का नाम है शहीदां ने वफा। गल नूं सुणियो ध्यान नाल। गंज का मतलब हुंदा खजाना। जिवें तुसीं गुरु तेग बहादुर साहब महाराज के पावन स्थान पर जाओ, उहदा नाम रखिया गया सीस गंज, जानी किहदा खजाना? सीस का। उत्थे गुरु साहब का सीस लगा। होर साडे गुरुद्वारे ने अपने कश्मीर दे विच शहीद गंज, गंज का मतलब की है? खजाना। अल्लाह यार खां जोगी मुसलमान है, उन्हें 2 किताबां लिखियां, गंजे शहीदां ते शहीदां ने वफा। वफा का मतलब है जिवें एक शब्द आपां वरतदे बेवफा, एक है वफा, ईमान निभाउणा किसी नाल। उन्हां किताबां नूं प्यारा सिंह पदम ने संपादित किया ते उहदी भूमिका विच एक गल बड़ी गजब दी लिखी। वो कहंदे ने दुनिया दे उत्ते 3 तरह के लोग होए ने। कहंदे पहले वो ने जिहड़े आप बहुत महान हुंदे ने, जिन्हां दी अपनी करनी बहुत वड्डी हुंदी है। दूजे वो लोग ने जिहड़े आप ते महान नहीं हुंदे पर उन्हां दे अगे पुੱਤ महान हुंदे ने, उन्हां दे बच्चे महान हुंदे ने, बच्चे लायक निकल आउंदे ने। हुंदा है ना जी कई बार इदां कि बंदे दा दादा जिहड़ा है वो ते नखेदी सी पर अगे पुੱਤ जिहड़ा सी वो बड़ा महान निकल आया। तीजे लोग वो हुंदे ने जिन्हां दे बाप भी महान नहीं हुंदे, जिहड़े आप भी महान नहीं हुंदे, जिन्हां ने आप कोई कारगुजारी कोई दुनिया ते आण के चंगा कर्म नहीं कमाया हुंदा। ते तीजे वो हुंदे ने जिन्हां दे पोतरे महान हुंदे ने। ये 3 तरह के लोग ने। पहले जिहड़े आप घालना घालदे ने, दूजे वो जिन्हां दे पुत्तां ने घालना घाली, ते तीजे वो ने जिन्हां दे अगे पोतरे घालना घालदे ने। ते प्यारा सिंह पदम लिखते हैं दुनिया के लोगों, ये 3 क्वालिटियां, ये 3 खूबियां पूरे संसार में जे किसी एक परिवार में वेखणियां होण ते वो कलगीधर दा परिवार है। ये 3 क्वालिटियां जे तुसी एक परिवार में वेखणी होण भी कोई एक परिवार ऐसा दसो जिहदा दादा भी महान होवे, जिहदा पोता भी महान होवे, जिहदे पुੱਤ भी महान होण, ते ख्याल करियो गुरु तेग बहादुर साहब महाराज आप भी महान ने। दादे ने किहदे? साहिबजादियां दे। गुरु तेग बहादुर साहब महाराज दे पिता गुरु हरगोबिंद साहब महाराज जेड़े गुरु गोबिंद सिंह महाराज दे दादा जी लगते हैं, जिन्हां दे बारे भाई गुरदास साहब ने लिखा 5 प्याले 5 पीर छठम पीर बैठा गुर भारी, अर्जुन काया पलट के मूरत हरगोबिंद सवारी। ये दुनिया का इको एक परिवार है जिहदा दादा भी महान,
ਜਿਹਦਾ ਪੁੱਤ ਵੀ ਮਹਾਨ, ਜਿਹਦੇ ਪੋਤਰੇ ਵੀ ਮਹਾਨ। ਜੇ ਇਹ ਤਿੰਨ ਕੁਆਲਟੀਆਂ ਸੰਸਾਰ ਦੇ ਕਿਸੇ ਇੱਕ ਪਰਿਵਾਰ ਵਿੱਚ ਹੈ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਪਣੇ ਪਰਿਵਾਰ ਵਿੱਚ ਹੈ। ਇਸ ਕਰਕੇ ਐਸੇ ਗੁਰੂ ਨੂੰ ਛੱਡ ਕੇ ਸਾਡਾ ਦੁਖਾਂਤ ਇਹ ਹੈ, ਪੰਜਾਬ ਦੇ ਵਿੱਚ ਜਿੱਥੇ ਅਸੀਂ ਬ੍ਰਾਹਮਣਵਾਦ ਦਾ ਸ਼ਿਕਾਰ ਹੋ ਗਏ। ਜੇ ਮੈਂ ਕਸ਼ਮੀਰ ਦੀ ਗੱਲ ਕਰ ਰਿਹਾ ਤੇ ਕਾਲੇ ਨਗ ਇੱਥੇ ਵੀ ਅਸੀਂ ਉਂਗਲਾਂ ਵਿੱਚ ਪਾਈ ਫਿਰਦੇ, ਇਸੇ ਵੀ ਅਸੀਂ ਕਿਸੇ ਕਬਰ ਦੇ ਉੱਤੇ ਜਾ ਕੇ ਜਾਂਦਾ ਜਾਂਦਾ ਬੰਦਾ ਸੀਸ ਝੁਕਾ ਰਿਹਾ। ਕਾਲੇ ਧਾਗੇ ਗਿੱਟਿਆਂ ਤੇ ਹੱਥਾਂ ਨੂੰ ਇੱਥੇ ਵੀ ਅਸੀਂ ਬੰਨੇ ਹੋਏ ਨੇ। ਇਹਦਾ ਮਤਲਬ ਹੈ ਵੀ ਸਾਡੇ ਪਿਆਰ ਵਿੱਚ ਕੋਈ ਨਾ ਕੋਈ ਕੱਚ ਹੈ। ਜੇ ਸਾਡੇ ਜਿਹੜਾ ਗੁਰੂ ਨਾਲ ਪਿਆਰ ਹੈ ਉਹਦੇ ਵਿੱਚ ਜੇ ਕਮੀ ਹੈ, ਕੋਈ ਦਰਾੜ ਹੈ, ਅਜੇ ਗੁਰੂ ਤੇ ਕੋਈ ਭਰੋਸਾ ਨਹੀਂ ਬੱਝਾ, ਕਿਸੇ ਇਸ ਸਿਦਕ ਦੇ ਵਿੱਚ ਕਮੀ ਹੈ। ਤੇ ਜੇ ਭਰੋਸਾ ਵੱਜ ਜਾਵੇ ਫਿਰ ਇਹਨਾਂ ਚੀਜ਼ਾਂ ਦੀ ਲੋੜ ਹੀ ਨਹੀਂ ਰਹਿੰਦੀ। ਇਸ ਕਰਕੇ ਇਹਨਾਂ ਗੱਲਾਂ ਨੂੰ ਐਨਾਲਾਈਜ਼ ਕਰਨਾ ਹੈ, ਆਪਾਂ ਵਿਚਾਰਨਾ। ਜੇ ਇਹ ਉਦਮ ਪਰਿਵਾਰ ਨੇ ਕੀਤਾ, ਇਹ ਸਾਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ, ਅਸੀਂ ਗੁਰੂ ਕਰਕੇ ਕੀਰਤਨੀਏ ਆਏ, ਕਥਾਵਾਚਕ ਆਏ, ਆਪਾਂ ਬੈਠੇ ਹਾਂ। ਇਹਨਾਂ ਗੱਲਾਂ ਨੂੰ ਵਿਚਾਰੋ। ਸਿੱਖ ਦਾ ਗੁਰੂ ਦੇ ਉੱਤੇ ਈਮਾਨ ਇੰਨਾ ਕਾਇਮ ਹੈ ਕਿ ਗੁਰੂ ਤੋਂ ਬਿਨਾਂ ਸਿੱਖ ਦਾ ਹੋਰ ਕਿਸੇ ਉੱਤੇ ਵਿਸ਼ਵਾਸ ਨਹੀਂ ਹੈ। ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ ਇੱਕ ਬੋਲ ਸਾਂਝਾ ਕੀਤਾ। 5 ਮਿੰਟ ਦਾ ਮੇਰਾ ਸਮਾਂ ਬਾਕੀ ਹੈ। ਭੱਟ ਜੀ ਗੁਰੂ ਪ੍ਰਤੀ ਆਪਣੀ ਸ਼ਰਧਾ ਰੱਖਦੇ ਨੇ। ਉਹ ਕਹਿੰਦੇ ਨੇ ਜਿਹੜਾ ਗੁਰੂ ਹੈ ਇਹ ਏਡਾ ਮਹਾਨ ਹੈ, ਇਹ ਤੋਂ ਬਿਨਾਂ ਜ਼ਿੰਦਗੀ ਵਿੱਚ ਹਨੇਰਾ ਹੈ। ਤੇ ਗੁਰੂ ਕੌਣ ਹੈ? ਗੁਰੂ ਗ੍ਰੰਥ ਸਾਹਿਬ, ਕੋਈ ਹੋਰ ਨਾ ਸਮਝ ਲਿਓ। ਪਹਿਲਾ ਸਵਈਏ ਦੇ ਵਿੱਚ ਉਹਨਾਂ ਨੇ ਪਹਿਲਾ ਬੋਲ ਰੱਖਿਆ, ਕਹਿ ਲਗੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਜ਼ਿੰਦਗੀ ਵਿੱਚ ਹਨੇਰਾ ਤੇ ਗੁਰੂ ਤੋਂ ਬਿਨਾਂ ਸਮਝ ਨਹੀਂ ਆ ਸਕਦੀ। ਅਗਲਾ ਵਾਕ ਰੱਖਿਆ ਗੁਰ ਬਿਨ ਸੁਰਤ ਨਾ ਸਿੱਧ। ਗੁਰੂ ਤੋਂ ਬਿਨਾਂ ਸੁਰਤ ਨਹੀਂ ਆ ਸਕਦੀ, ਬੇਸੁਰਤ ਹੋ ਜਾਂਦਾ ਬੰਦਾ। ਜਦੋਂ ਬੰਦੇ ਨੇ ਨਸ਼ਾ ਪੀਤਾ ਹੋਵੇ ਨਾ, ਉਹਨੂੰ ਆਪਾਂ ਕਹਿੰਦੇ ਬੰਦਾ ਬੇਸੁਰਤ ਹੋਇਆ ਪਿਆ, ਇਹਨੂੰ ਪਤਾ ਹੀ ਕੋਈ ਨਹੀਂ, ਇਹਨੂੰ ਤੇ ਆਲੇ ਦੁਆਲੇ ਦੀ ਸਮਝ ਹੀ ਕੋਈ ਨਹੀਂ। ਇਹਨੂੰ ਇਹ ਨਹੀਂ ਪਤਾ ਇਹ ਮੇਰੀ ਪਤਨੀ ਹੈ, ਇਹ ਮੇਰੀ ਧੀ ਹੈ, ਇਹ ਮੇਰੀ ਮਾਂ ਹੈ। ਬੇਸੁਰਤ ਹੋ ਗਿਆ ਬੰਦਾ। ਕਹਿੰਦੇ ਗੁਰੂ ਤੋਂ ਬਿਨਾਂ ਸੁਰਤ ਨਹੀਂ। ਹੁਣ ਅਸੀਂ ਆਖਾਂਗੇ ਅਸੀਂ ਤੇ ਸ਼ਰਾਬ ਪੀਂਦੇ ਨਹੀਂ, ਅਸੀਂ ਤੇ ਨਸ਼ਾ ਕਰਦੇ ਨਹੀਂ, ਸਾਨੂੰ ਤੇ ਪਤਾ ਹੈ ਵੀ ਇਹ ਮੇਰੀ ਮਾਂ ਹੈ, ਇਹ ਧੀ ਹੈ। ਨਹੀਂ, ਨਸ਼ਾ ਕੱਲਾ ਸ਼ਰਾਬ ਦਾ ਨਹੀਂ ਹੁੰਦਾ, ਨਸ਼ਾ ਤੇ ਹੰਕਾਰ ਦਾ ਵੀ ਹੁੰਦਾ ਹੈ, ਨਸ਼ਾ ਤੇ ਕ੍ਰੋਧ ਦਾ ਵੀ ਹੈ, ਨਸ਼ਾ ਤੇ ਲੋਭ ਦਾ ਵੀ ਹੈ। ਹੁਣ ਜਦੋਂ ਲੋਭ ਦਾ ਨਸ਼ਾ ਆ ਜਾਂਦਾ ਉਦੋਂ ਬੰਦਾ ਭਰਾ ਦਾ ਹੱਕ ਮਾਰ ਕੇ ਖਾ ਜਾਂਦਾ। ਫਿਰ ਦੱਸੋ ਸੁਰਤ 'ਚ ਹੋਇਆ ਬੰਦਾ ਕਿ ਨਾ ਹੋਇਆ? ਜਦੋਂ ਲੋਭ ਆ ਗਿਆ ਜੀਵਨ ਵਿੱਚ, ਲੋਭ ਗ੍ਰਸਿਓ ਦਸਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ। ਜਦੋਂ ਹੰਕਾਰ ਆ ਗਿਆ ਬੰਦੇ ਨੂੰ, ਉਹ ਵੀ ਇੱਕ ਨਸ਼ਾ ਹੈ। ਜਦੋਂ ਕ੍ਰੋਧ ਆ ਗਿਆ, ਅੱਛਾ ਕ੍ਰੋਧ ਆਉਂਦਾ ਥੋੜੇ ਚਿਰ ਲਈ ਹੈ, ਪਰ ਨੁਕਸਾਨ ਕਈ ਵਾਰ ਬਹੁਤ ਵੱਡੇ ਕਰ ਜਾਂਦਾ। ਤੁਸੀਂ ਕਦੀ ਉਹਨਾਂ ਲੋਕਾਂ ਜਿਨ੍ਹਾਂ ਨੂੰ ਸਜ਼ਾਵਾਂ ਹੋ ਗਈਆਂ, ਜਿਹੜੇ ਜੇਲ੍ਹਾਂ ਵਿੱਚ ਬੈਠੇ ਨੇ, ਕਿਸੇ ਨੂੰ 20 ਸਾਲ ਹੀ ਲੱਗ ਗਈ, ਕਿਸੇ ਨੂੰ 15 ਸਾਲ ਕੈਦ ਹੋ ਗਈ, ਕਦੀ ਉਹਨਾਂ ਲੋਕਾਂ ਨਾਲ ਗੱਲਬਾਤ ਕਰਕੇ ਵੇਖਿਓ ਕਿੱਦਾਂ ਅੱਜ ਉਹਨਾਂ ਨੂੰ ਜ਼ਿੰਦਗੀ ਦੇ ਇਸ ਪੜਾਅ ਦੇ ਉੱਤੇ ਆਣ ਕੇ ਕਈ ਵਾਰ ਅਹਿਸਾਸ ਹੁੰਦਾ, ਜੇ ਉਦੋਂ ਕ੍ਰੋਧ ਨਾ ਕਰਦੇ, ਥੋੜ੍ਹਾ ਜਿਹਾ ਕੰਟਰੋਲ ਕਰ ਲੈਂਦੇ, ਤੇ ਅੱਜ ਮੇਰੇ ਸਰੀਰ ਨੂੰ 15 ਸਾਲ ਲਈ ਜੇਲ੍ਹਾਂ ਦੇ ਵਿੱਚ ਵੱਢਣਾ ਨਾ ਪੈਂਦਾ। ਕਈ ਵਾਰ ਕ੍ਰੋਧ ਰਿਸ਼ਤੇ ਤੜਾ ਦਿੰਦਾ। ਕਈ ਵਾਰ ਬੰਦੇ ਦੀ ਚੁੱਪ ਜਿਹੜੀ ਹੈ ਨਾ, ਇਹ ਵੀ ਬਹੁਤ ਕੁਝ ਬੋਲ ਜਾਂਦੀ ਹੈ। ਜੇ ਬੰਦਾ ਗੁੱਸੇ ਵਿੱਚ ਆ ਜਾਵੇ, ਰਿਸ਼ਤੇ ਤਬਾਹ ਹੋ ਜਾਂਦੇ ਨੇ। ਫਿਰ ਬੰਦਾ ਪਛਤਾਉਂਦਾ ਹੈ ਸਾਰੀ ਜ਼ਿੰਦਗੀ ਵੀ ਕਿਉਂ ਬੋਲ ਬੈਠਾ ਮੈਂ। ਇਸ ਕਰਕੇ ਇਹ ਚੀਜ਼ਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੀ ਇਹਨਾਂ ਚੀਜ਼ਾਂ ਵਿੱਚ ਦਰਾਰ ਪਾਉਂਦਾ। ਇਹ ਵੀ ਨਸ਼ੇ ਨੇ, ਇਹ ਵੀ ਬੰਦੇ ਨੂੰ ਕਮਲੇ ਕਰਦੇ ਨੇ, ਇਹ ਵੀ ਬੇਸੁਰਤ ਕਰ ਦਿੰਦੇ ਨੇ, ਬੰਦੇ ਦੀ ਸੁਰਤ ਕੋਈ ਨਹੀਂ ਰਹਿੰਦੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹਦੀ ਜ਼ਿੰਦਗੀ ਵਿੱਚ ਗੁਰੂ ਆ ਗਿਆ ਉਹ ਸੁਰਤ ਵਾਲਾ ਬਣ ਜਾਂਦਾ ਹੈ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਅਗਿਆ। ਮੰਨੈ ਮੂੰਹ ਚੋਟਾ ਨਾ ਖਾਏ, ਮੂੰਹ ਤੇ ਮਾਰ ਨਹੀਂ ਸਹਿੰਦਾ, ਮੋਹ ਨਹੀਂ ਹੈ ਸ਼ਬਦ ਮੂੰਹ ਹੈ। ਮੰਨੈ ਮੂੰਹ ਚੋਟਾ ਨਾ ਖਾਏ, ਮੰਨੈ ਜਮ ਕੈ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਗੁਰ ਬਿਨ ਸੁਰਤ ਨ ਸਿੱਧ, ਸਿੱਧ ਦਾ ਮਤਲਬ ਹੈ ਸਿੱਧੇ ਹੋ ਜਾਣਾ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਹੁਣ ਅਸੀਂ ਮੁਕਤੀ ਚਾਹੁੰਦੇ ਹਾਂ ਮਰਨ ਤੋਂ ਬਾਅਦ ਵਾਲੀ, ਵੀ ਭਾਈ ਸਾਹਿਬ ਅਰਦਾਸ ਕਰਦੇ ਤੇ ਗੱਲ ਨਿਬੜੀ। ਨਹੀਂ, ਜਿਉਂਦਿਆਂ ਜੀ ਮੁਕਤ ਹੋਣਾ ਹੈ ਆਪਣੇ ਔਗਣਾ ਤੋਂ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਮਹਾਰਾਜ ਕਹਿੰਦੇ ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ। ਮੇਰੇ ਮਨ ਨੂੰ ਮੁਖਾਤਬ ਹੋ ਕੇ ਆਖੀ, ਗੁਰੂ ਦੇ ਨਾਲ ਮਿਲ ਕੇ ਸੱਚ ਦੀ ਵਿਚਾਰ ਕਰਿਆ ਕਰ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕਟੈ ਸਭ
तेरे। गुरु का शब्द वो सूरमा है जिहड़ा तेरे सारे पाप कट देवेगा। गुर कर शब्द सुपुन, जिवें तीर वजदा है तो बंदे की मौत हो जाती है ना। कबीर साहब ने आख्या कबीर सतगुर सूरमे बाया बान जो एक, लागत ही भुए गिर परिया परा करेजे शेख। लगदे ही धरती ते डिग पिया, गुरु ने तीर मारिया, अंदर दे पाप कट के सुट दिते। पर तीर उत्थे असर नहीं करता जिथे बुलट प्रूफ जैकेट पाई होए बंदे ने। जे बंदा अपने आप को कवर करके बैठा होया, सहना नहीं चाहता गुरु के तीर, फिर असर की करनगे तीर। महाराज कहते हैं गुरु गुर कर शब्द सुपुन, अगन कटै सब तेरे। गुर नैन बैन गुर गुर करो, अपनियां अखां नाल भी गुरु गुरु करया कर। अखां नाल गुरु गुरु करन दा अर्थ है पराए तन उत्ते पराए धन उत्ते निगाह ना रखिया कर। इनू कहते हैं अखां नाल गुरु गुरु करना। गुर नैन बैन, बैन दा अर्थ है बोल, अपने बोलों द्वारा भी गुरु गुरु करया कर। गुर नैन बैन गुर गुर करो। गुरु सत, गुरु सदीव होने वाला है। कब नल कहें, भट्ट नल जी कहते हैं कब नल कहें। अखीरली पंक्ति च आख्या जिन गुरु ना देखियो न कियो ते अक्याथ। संसार में जिन्हां ने गुरु नू देखिया, जिन्हां ने गुरु नू माणिया नहीं ना, भट्ट जी कहते हैं उन्हां दा संसार विच आया व्यर्थ है। उन्हां दा संसार विच आउण दा कोई लाभ नहीं। मालक किरपा करन, पावन बाणी दी विचार साडे सारियां दी जिंदगी दा आधार आसरा बन जावे। गुरबाणी दी विचार करदिआं होईआं बेअंत प्रकार दीआं भुल्लां गलतियां दी खिमा गुरु ग्रंथ साहब पासों आप सारी संगत का बहुत बहुत धन्नवाद। पठानकोट शुक्र मालक गुरु ग्रंथ साहब सच्चे पातशाह जी का, जिन्हां प्रबंधक सेवादारां ने परिवार ने उद्यम किया उन्हां दा धन्नवाद। भुल्लां चुकां दी खिमा। वाहिगुरू जी का खालसा, वाहिगुरू जी की फतेह।